ਸੋ ਜੇ ਇੰਡੀਆ ਤੋਂ ਆਉਂਦੇ ਹੋਏ ਇਨ ਸਤੰਬਰ ਤੁਹਾਡੀ ਸਟੱਡੀ ਸਟਾਰਟ ਹੋਈ ਐਂਡ ਦਸੰਬਰ ਯੂ ਸਟਾਰਟ ਹਾਂ ਦਸੰਬਰ ਮੈਂ ਆਪਣਾ ਬਿਜ਼ਨਸ ਸਟਾਰਟ ਕਰਤਾ ਸੀ। ਉਹਦੇ ਮੈਂ ਵੋਲਮਾਰਟ 'ਚ ਵੀ ਕੰਮ ਕਰ ਰਿਹਾ ਸੀ, ਬਿਜ਼ਨਸ ਵੀ ਸਟਾਰਟ ਕਰਤਾ ਸੀ ਤੇ ਸਕੂਲ ਤੋਂ ਸੀ ਨਾਲੇ। ਪਹਿਲੇ ਸਾਲ 'ਚ ਆਪਾਂ 4 ਸਤੰਬਰ 'ਚ ਬਿਜ਼ਨਸ ਰੈਪ ਅਪ ਕੀਤਾ ਸੀ। ਤੋ ਆਈ ਹੈਵ ਮੇਡ ਇਨਫ ਮਨੀ ਟੂ ਪੇ ਮਾਈ ਐਂਟਾਇਰ ਟਿਊਸ਼ਨ ਫੀਸ। ਤਾਂ ਮੈਂ ਇੰਡੀਆ ਤੋਂ ਬੈਂਕ ਲੋਨ ਲੈ ਕੇ ਆਇਆ ਸੀ। ਜੇ ਤੂੰ ਯੂਨੀਵਰਸਿਟੀ ਜਾਉਂਦੇ ਹੋ ਤੁਹਾਨੂੰ ਬੈਂਕ ਲੋਨ ਦੇ ਦਿੰਦਾ ਇੰਡੀਆ 'ਚ। ਤਾਂ ਫਿਰ ਮੈਂ ਉੱਥੇ ਬੈਂਕ ਤੋਂ ਆਪਣਾ ਸਾਰਾ ਸਟੱਡੀਜ਼ ਦੇ ਲੋਨ ਪੇ ਕੀਤੇ ਪਹਿਲੇ ਇੱਕ ਜਦੋਂ 4 ਮਹੀਨਿਆਂ ਦੇ ਕੰਮ 'ਚ। ਤਾਂ ਫਿਰ ਲਾਈਕ ਸੇਵਡ ਇਨਫ ਸੋ ਦੈਨ ਫਰਮ ਦੈਨ ਆਈ ਮੈਟ। ਲਾਈਕ 4 ਮਹੀਨੇ ਪੂਰੇ ਸਾਲ ਦੀ ਵੀ ਕਰਦੇ? ਸਾਲ ਦੀ ਨਹੀਂ, ਕੋਰਸ ਦੀ ਪੂਰੀ। ਅੱਛਾ, ਪੂਰੇ ਕੋਰਸ ਦੀ। ਤੋ ਇਹ ਹੈਗੇ ਨੇ ਜੀ ਮੋਹਿਤ ਕੰਨਿਆ, ਰਾਈਟ? ਕੰਨਿਆ ਹਾਂ। ਤੇ ਇਹ ਰੀਅਲ ਏਸਟੇਟ ਇਨਵੈਸਟਰ ਨੇ ਜੀ ਤੇ ਵਿੰਜ਼ਰ ਦੇ ਵਿੱਚ ਇਹਨਾਂ ਦੀਆਂ ਪ੍ਰਾਪਰਟੀਆਂ ਵੀ ਹੈਗੀਆਂ। ਤੇ ਮੈਨੂੰ ਇਹ ਚੀਜ਼ ਦੱਸੋ ਜੀ ਤੁਸੀਂ ਪ੍ਰਾਪਰਟੀਆਂ ਫਰਸਟ ਆਫ ਆਲ ਤੁਸੀਂ ਸਟਾਰਟ ਕਿੱਦਾਂ ਕੀਤਾ ਵਾ ਅਸਲ ਦੇ ਵਿੱਚ? ਸੋ ਭਾਜੀ ਮੈਂ ਆਇਆ ਸੀ ਕੈਨੇਡਾ 2016 ਸੈਪਟੈਂਬਰ 'ਚ ਐਜ਼ ਅ ਸਟੂਡੈਂਟ, ਇੰਟਰਨੈਸ਼ਨਲ ਸਟੂਡੈਂਟ, ਯੂਨੀਵਰਸਿਟੀ ਆਫ ਵਿੰਡਸਰ। ਸੌਰੀ ਮੈਂ ਤੁਹਾਨੂੰ ਥੋੜਾ ਜਿਹਾ ਕੱਟਣ ਲੱਗਿਆ। ਸੋ ਜਿੰਨੇ ਵੀ ਇੰਟਰਨੈਸ਼ਨਲ ਸਟੂਡੈਂਟਸ ਨੇ ਉਹ ਇਹ ਚੀਜ਼ ਜ਼ਰੂਰ ਦੇਖੋ ਜੀ। ਇਹ ਖੁਦ ਵੀ ਇੰਟਰਨੈਸ਼ਨਲ ਸਟੂਡੈਂਟਸ ਆਏ ਸੀ। ਹਾਊ ਮੈਨੀ ਪ੍ਰਾਪਰਟੀਜ਼ ਯੂ ਹੈਵ? I have right now 5 rental properties, 1 big commercial properties, 1 big commercial property, and right now I'm buying multi-family ones like 7 unit, 8 unit. 7 or 8 units. So already he has 6, 1 commercial, 5 residential, ਜਿਹਦੇ ਵਿੱਚ ਸਟੂਡੈਂਟਸ ਦੀ ਹੈਲਪ ਕਰ ਰਿਹਾ, ਜਿਹਦੇ ਵਿੱਚ ਸਟੂਡੈਂਟਸ ਨੂੰ ਆਪ ਇਹ ਘਰ ਦੇ ਵਿੱਚ ਰੱਖ ਰਹੇ ਨੇ ਜੀ। ਤੇ ਉਹ ਆਬਵੀਅਸਲੀ ਰੈਂਟ ਤੇ ਹਨਾ। ਤੇ ਨਾਲ ਹੁਣ ਇਹਨਾਂ ਨੇ ਮਲਟੀਪਲੈਕਸ ਜਿਹੜੇ ਹੁੰਦੇ ਨੇ ਪ੍ਰਾਪਰਟੀਆਂ ਉਹ ਲੈ ਰਹੇ ਨੇ ਤੇ ਉਹਦੇ ਨਾਲ ਅੱਗੇ ਸਟੂਡੈਂਟਸ ਨੂੰ ਹੈਲਪ ਕੀਤੀ ਜਾ ਰਹੀ ਹੈ। ਸੋ ਸਟੂਡੈਂਟਸ ਜਿਹੜੇ ਹੈਗੇ ਉਹ ਦਿਲ ਨਾ ਛੱਡਿਆ ਕਰੋ, ਠੀਕ ਆ? ਸਾਰਾ ਕੁਝ ਪੋਸੀਬਲ ਹੈਗਾ ਵਾ। ਹਾਂਜੀ, ਹੁਣ ਤੁਸੀਂ ਦੱਸੋ ਕਿ ਸਟਾਰਟ ਕਿੱਦਾਂ ਕੀਤਾ? ਭਾਜੀ ਤੋਂ ਸਟਾਰਟ ਇੱਦਾਂ ਹੋਇਆ, ਮੈਂ ਆਇਆ ਸੀ ਵਿੰਡਸਰ 'ਚ। ਮੈਂ ਯੂਨੀਵਰਸਿਟੀ 'ਚ ਕੀ ਹੁੰਦਾ ਵਾ, ਮਾਸਟਰਸ ਕੋਰਸ ਸੀ। ਤਾਂ ਮੈਂ ਸਕੂਲ 'ਚੋਂ ਮੇਰੀ 2 ਹੀ ਕਲਾਸਾਂ ਹੁੰਦੀ ਸੀ ਵੀਕ 'ਚ। ਤਾਂ 6 hours ਕਲਾਸ। ਸੋ ਆਈ ਹੈਡ ਅ ਲੋਟ ਆਫ ਟਾਈਮ ਐਕਸਟਰਾ ਅਦਰ ਦੈਨ ਸਕੂਲ ਟਾਈਮ। ਤਾਂ ਫਿਰ ਮੈਂ 20 hours ਵੋਲਮਾਰਟ 'ਚ ਕੰਮ ਕਰਦਾ ਸੀ। ਅੱਛਾ ਜੀ। ਜਾਂ ਕਦੇ ਘੱਟ ਕਰ ਲਿਆ, ਕਦੇ 20 ਕਰ ਲਿਆ, ਕਿਉਂਕਿ ਇੰਟਰਨੈਸ਼ਨਲ ਸਟੂਡੈਂਟ ਨੂੰ ਇੰਨਾ ਹੀ ਅਲਾਉ ਹੁੰਦਾ। ਤਾਂ ਫਿਰ ਮੈਂ ਦੇਖਿਆ ਮੇਰੇ ਕੋਲ ਟਾਈਮ ਬਹੁਤ ਹੈਗਾ, ਤਾਂ ਮੈਂ ਐਵੇਂ ਆਨਲਾਈਨ ਸਰਚ ਕਰਨ ਲੱਗਿਆ ਕੀ ਕਰੀਏ। ਤਾਂ ਉਹਦਾ ਇੱਕ ਕੰਪਨੀ ਹੁੰਦੀ ਸੀ ਕਾਲਜ ਪ੍ਰੋ। ਉਹ ਸਟੂਡੈਂਟਸ ਨੂੰ ਫਰੈਂਚਾਈਜ਼ ਦਿੰਦੀ ਸੀ। ਪੇਂਟਿੰਗ ਦੀ ਫਰੈਂਚਾਈਜ਼ ਲੈ ਲਈ, ਵਿੰਡੋ ਕਲੀਨਿੰਗ ਦੀ ਲੈ ਲਈ, ਜਾਂ ਹੋਰ ਛੋਟੀ ਮੋਟੀ ਰੈਨੋਵੇਸ਼ਨ ਦੀ। ਜ਼ੀਰੋ ਕੋਸਟ ਤੁਹਾਡੀ ਅਪਫਰੰਟ, ਬਟ ਜਿਹੜਾ ਵੀ ਤੁਸੀਂ ਬਿਜ਼ਨਸ ਕਰੋਗੇ ਉਹ 'ਚ ਰਾਇਲਟੀਜ਼ ਲੈਣਗੇ 20 ਤੋਂ 25%, ਡਿਪੈਂਡਿੰਗ ਔਨ ਹਾਊ ਬਿਗ ਬਿਜ਼ਨਸ ਯੂ ਰਨ। ਮੈਂ ਉਹ ਜੁਆਇਨ ਕਰ ਲਈ। ਤਾਂ ਫਿਰ ਮੈਂ ਆਪਾਂ ਸਾਰਿਆਂ ਨੂੰ ਮੈਨੂੰ ਸਾਰਾ ਬਿਜ਼ਨਸ ਸਿਖਾਇਆ, ਕੋਚਿੰਗ ਕੀਤੀ, ਕਾਨਫਰੰਸ ਹੁੰਦੀ ਸੀ ਇੱਥੇ ਟੋਰਾਂਟੋ 'ਚ ਆਉਂਦੇ ਸੀ ਉਦੋਂ ਦਾ। ਤਾਂ ਫਿਰ ਆਪਾਂ ਮਾਰਕੀਟਿੰਗ ਕਰਨੀ ਸੀ। ਮੈਂ ਲਿੱਤੀ ਸੀ ਪੇਂਟਿੰਗ ਵਾਲਾ ਕੰਮ ਸਟਾਰਟ ਕੀਤਾ। ਤਾਂ ਫਿਰ ਉੱਥੇ ਜਾ ਕੇ ਆਪਾਂ ਡੋਰ ਨੌਕ ਕਰੀਏ ਸਾਰੇ ਵਿੰਡਸਰ 'ਚ, ਜਾ ਕੇ ਲੋਕਾਂ ਨੂੰ ਪੁੱਛੀਏ ਡੂ ਯੂ ਵਾਂਟ ਟੂ ਗੈਟ ਯੂਰ ਹਾਊਸ ਪੇਂਟਡ ਫॉर द ਸਮਰ ਟਾਈਮ। ਸੋ ਵਿੰਟਰ 'ਚ ਮੈਂ ਸਟਾਰਟ ਕੀਤਾ ਸੀ। ਮੈਂ ਆਇਆ ਸੈਪਟੈਂਬਰ 'ਚ ਸੀ। ਮੈਂ ਜਨਵਰੀ 1 ਤੋਂ ਸਟਾਰਟ ਕਰਤਿਆ ਸੀ ਬਿਜ਼ਨਸ ਇਹ। ਸੋ ਜੇ ਇੰਡੀਆ ਤੋਂ ਆਉਂਦੇ ਹੋਏ ਇਨ ਸਤੰਬਰ ਤੁਹਾਡੀ ਸਟੱਡੀ ਸਟਾਰਟ ਹੋਈ ਐਂਡ ਦਸੰਬਰ ਯੂ ਸਟਾਰਟ? ਹਾਂ ਦਸੰਬਰ ਮੈਂ ਆਪਣਾ ਬਿਜ਼ਨਸ ਸਟਾਰਟ ਕਰਤਾ ਸੀ। ਉਹਦੇ ਮੈਂ ਵੋਲਮਾਰਟ 'ਚ ਵੀ ਕੰਮ ਕਰ ਰਿਹਾ ਸੀ, ਬਿਜ਼ਨਸ ਵੀ ਸਟਾਰਟ ਕਰਤਾ ਸੀ ਤੇ ਸਕੂਲ ਤੋਂ ਸੀ ਨਾਲੇ। ਤਾਂ ਫਿਰ ਬਿਜ਼ਨਸ ਸਟਾਰਟ ਕੀਤਾ। ਲਾਈਕ ਥੋੜਾ ਜਿਹਾ ਟਾਈਮ ਲੱਗਿਆ ਸਟਾਰਟਿੰਗ 'ਚ। ਫਿਰ ਲੀਡ ਆਉਣੀ ਸ਼ੁਰੂ ਹੋ ਗਈਆਂ, ਡੋਰ ਨੌਕ ਕੀਤੀਆਂ, ਫਲਾਇਰਸ ਕੀਤੇ, ਫੋਨ ਕਾਲ, ਕੋਲਡ ਕਾਲਿੰਗ ਜਿਹੜੇ ਵੀ ਹੁੰਦੇ ਆ ਮਾਰਕੀਟਿੰਗ ਦੇ ਟੈਕਨੀਕ ਉਦੋਂ ਤੋਂ ਸਟਾਰਟ ਕਰਦਾ ਸਾਰਾ। ਤਾਂ ਹੌਲੀ ਹੌਲੀ ਬਿਜ਼ਨਸ ਦਾ ਮੋਮੈਂਟਮ ਬਿਲਡ ਹੋਇਆ ਸੀ ਪਹਿਲੇ ਸਾਲ 'ਚ। ਸੋ ਇੱਦਾਂ ਹੁੰਦਾ ਸੀ ਬਿਜ਼ਨਸ, ਤੁਸੀਂ ਜਨਵਰੀ ਤੋਂ ਲੈ ਕੇ ਅਪ੍ਰੈਲ ਤੱਕ 4 ਮਹੀਨੇ ਤੁਸੀਂ ਮਾਰਕੀਟਿੰਗ ਕਰਨੀ ਆ, ਬਿਜ਼ਨਸ ਬੁੱਕ ਕਰਨਾ, ਫਿਰ ਤੁਸੀਂ ਉਹ ਪ੍ਰੋਡਿਊਸ ਕਰਨਾ। ਜਿਵੇਂ ਤੁਸੀਂ ਬੁੱਕ ਕਰਨਾ ਹੋ ਗਿਆ ਘਰ ਲਈ, ਕਿਸੇ ਨੇ ਕਹਿਤਾ ਵੀ ਮੇਰਾ ਘਰ ਬਾਹਰ ਤੋਂ ਪੇਂਟ ਕਰ ਦੇ, ਤਾਂ ਅਸੀਂ ਕਹਿੰਦੇ ਉਹ ਪੇਂਟ ਕਰ ਦਾਂਗੇ, ਇਹ ਡੇਟ ਹੋ ਗਈ, ਡੇਟ ਦੇ ਦਿਓ ਉਹਨੂੰ। ਤਾਂ ਫਿਰ ਉਹ ਡੇਟ ਨੂੰ ਆਪਾਂ ਫਿਰ ਉਹਨੂੰ ਪ੍ਰੋਡਿਊਸ ਕਰਨਾ ਸੀ ਸਮਰ 'ਚ, ਕਿਉਂਕਿ ਇੱਥੇ ਜੋ ਐਕਸਟੀਰੀਅਰ ਪੇਂਟ ਹੁੰਦਾ ਨਾ ਉਹ ਸਮਰ ਟਾਈਮ 'ਚ ਹੋ ਸਕਦਾ ਵੈਦਰ ਕੰਡੀਸ਼ਨ ਕਰਕੇ। ਤਾਂ ਫਿਰ ਆਪਾਂ ਪਹਿਲਾਂ ਵਿੰਟਰ 'ਚ ਕੰਮ ਬੁੱਕ ਕਰ ਲਿਆ। ਸਮਰ 'ਚ ਵੀ ਬੁੱਕ ਕਰਦੇ ਸੀ, ਬਟ ਸਟਾਰਟਿੰਗ 'ਚ ਜ਼ਿਆਦਾ ਮੈਜੋਰਿਟੀ ਉਹਦਾ ਕੰਮ ਆਪਾਂ ਵਿੰਟਰ 'ਚ ਮਾਰਕੀਟਿੰਗ ਤੇ ਧਿਆਨ ਰੱਖਦੇ ਸੀ। ਫਿਰ ਜਦੋਂ ਹੀ ਸਮਰ ਕਿਕ ਇਨ ਹੋਇਆ, ਮੰਥ ਆ ਗਿਆ ਮਈ, ਜੂਨ, ਜੁਲਾਈ, ਅਗਸਤ, ਤੁਸੀਂ 4 ਮਹੀਨੇ ਫਿਰ ਆਪਾਂ ਪੇਂਟ ਕਰਦੇ ਸੀ। ਜੋ ਜਿਹੜਾ ਵੀ ਕੰਮ ਬੁੱਕ ਕਰਿਆ, ਵਿੰਡੋ ਕਲੀਨਿੰਗ ਦਾ ਹੋਇਆ, ਪੇਂਟ ਦਾ ਹੋਇਆ, ਉਹ ਸਾਰੇ ਆਪਾਂ ਸਮਰ 'ਚ ਕਰਦੇ ਸੀ। ਫਿਰ ਆਪਾਂ ਕੰਮ ਕਰਨ ਲਈ ਕੀ ਮੋਡਲ ਸੀ ਬਿਜ਼ਨਸ, ਕਿ ਤੁਸੀਂ ਸਟੂਡੈਂਟ ਹਾਇਰ ਕਰਨੇ ਆ, ਜਿਹੜੇ ਚਾਹੇ ਤੁਸੀਂ ਆਪਣੇ ਨਾਲ ਦਿਆਂ ਨੂੰ ਹਾਇਰ ਕਰ ਲਿਓ ਜਾਂ ਤੁਸੀਂ ਉੱਥੇ ਦੇ ਲੋਕਲ ਸਟੂਡੈਂਟਸ ਨੂੰ ਹਾਇਰ ਕਰ ਲਿਓ। ਤਾਂ ਫਿਰ ਮੈਂ ਕੰਬੀਨੇਸ਼ਨ ਰੱਖਦਾ ਸੀ। ਜਿਵੇਂ ਮਾਰਕੀਟਿੰਗ ਟੀਮ ਸੀ ਉਹ ਮੇਰੇ ਕਲਾਸਮੇਟ ਸੀ। ਤਾਂ ਫਿਰ ਮੈਂ ਜਦੋਂ ਆਪਣਾ ਬਿਜ਼ਨਸ ਸਟਾਰਟ ਕੀਤਾ ਉਹਦਾ ਪੇਂਟਿੰਗ, ਪਹਿਲਾਂ ਮੈਂ ਆਪੇ ਪੇਂਟਿੰਗ ਸਿੱਖੀ, ਮੈਂ ਕਦੇ ਕੀਤਾ ਹੀ ਨਹੀਂ ਸੀ ਕੰਮ। ਤਾਂ ਫਿਰ ਮੈਂ ਆਪੇ ਇੱਕ ਹਫਤੇ ਦਾ ਲਾਈਕ ਉਹਨਾਂ ਨੇ ਲਾਈਕ ਘਰ ਪੇਂਟ ਕਰਾਇਆ ਸਾਥ ਕਿ ਵੀ ਕਿਵੇਂ ਹੁੰਦਾ। ਫਿਰ ਮੈਂ ਉਹਨੂੰ ਉੱਥੇ ਜਾ ਕੇ ਬੰਦੇ ਹਾਇਰ ਕੀਤੇ, ਆਨਲਾਈਨ ਐਡਸ ਪਾਈਆਂ, ਇੰਡੀਡ ਤੇ ਪਾਈਆਂ, ਫੇਸਬੁੱਕ ਤੇ ਪਾਈਆਂ ਉਦੋਂ। ਫਿਰ 2-3 ਬੰਦੇ ਮੈਂ ਉੱਥੇ ਦੇ ਲੋਕਲ ਹਾਇਰ ਕੀਤੇ ਜਿਨ੍ਹਾਂ ਨੂੰ ਥੋੜਾ ਜਿਹਾ ਫਿਰ ਸਟੂਡੈਂਟਸ ਉਹਨਾਂ ਨੂੰ ਮੈਂ ਲਾਈਕ ਆਈ ਟੋਲਡ them how to paint houses, how to deal with the customers. So my job was I used to manage the team, और फिर मैं अपने classmates hire कर लिए class 'ਚ। ਸੋ ਜਾਨੀ ਸ਼ੁਰੂ ਤੋਂ ਫੋਕਸ ਤੁਸੀਂ ਸਟੂਡੈਂਟਸ ਤੇ ਰੱਖਿਆ ਵਾ?
ਹਾਂ ਮੇਰਾ ਕਿਉਂਕਿ ਬਿਜ਼ਨਸ ਮਾਡਲ ਹੀ ਸਟੂਡੈਂਟਸ ਲਈ ਡਿਜ਼ਾਈਨ ਹੋਇਆ ਸੀ ਉਹ ਕਿਉਂਕਿ ਬਿਜ਼ਨਸ ਮਾਡਲ ਐਦਾ ਸੀ ਕਿ ਤੁਹਾਡਾ ਜੋ ਮੈਜੋਰਿਟੀ ਆਫ ਦ ਮਨੀ ਮੇਕਿੰਗ ਕੰਮ ਸੀ ਉਹ ਸਮਰ ਟਾਈਮਸ 'ਚ ਸੀ ਸਮਰ ਟਾਈਮ 'ਚ ਹੁੰਦਾ ਕੋਣਾ ਫ੍ਰੀ ਸਟੂਡੈਂਟਸ ਫ੍ਰੀ ਹੁੰਦੇ ਆ ਤਾਂ ਫਿਰ that's how the business model was. It was for students by students and it was a student company as well. That's how when we used to book our ਜਿਹੜਾ majority of the ਕੰਮ ਸੀ ਉਹਦਾ customer pitch ਵੀ ਐਦਾਂ ਹੀ ਹੁੰਦਾ ਸੀ, hey we are a student company so like not only will get your work done but at the same time you are also helping a student community and as a business. they can have their money for the fee and all that. Correct. And they can make their tuition fee money. ਤਾਂ ਫਿਰ ਪਹਿਲੇ ਸਾਲ 'ਚ ਆਪਾਂ 4 ਸੈਪਟੈਂਬਰ 'ਚ ਬਿਜ਼ਨਸ ਰੈਪ ਅਪ ਕੀਤਾ ਸੀ ਤੋ ਆਈ ਹੈਵ ਮੇਡ ਇਨਫ ਮਨੀ ਟੂ ਪੇ ਮਾਈ ਐਂਟਾਇਰ ਟਿਊਸ਼ਨ ਫੀਸ ਤਾਂ ਮੈਂ ਇੰਡੀਆ ਤੋਂ ਬੈਂਕ ਲੋਨ ਲੈ ਕੇ ਆਇਆ ਸੀ ਜੇ ਤੁਸੀਂ ਯੂਨੀਵਰਸਿਟੀ ਜਾਉਂਦੇ ਹੋ ਤੁਹਾਨੂੰ ਬੈਂਕ ਲੋਨ ਦੇ ਦਿੰਦਾ ਇੰਡੀਆ 'ਚ ਤਾਂ ਫਿਰ ਮੈਂ ਉੱਥੇ ਬੈਂਕ ਤੋਂ ਆਪਣਾ ਸਾਰਾ ਸਟੱਡੀਜ਼ ਦੇ ਲੋਨ ਪੇ ਕੀਤੇ ਪਹਿਲੇ ਇੱਕ ਜਦੋਂ 4 ਮਹੀਨੇ ਦੇ ਕੰਮ 'ਚ ਤਾਂ ਫਿਰ ਲਾਈਕ ਸੇਵਡ ਇਨਫ ਸੋ ਦੈਨ ਫਰਮ ਦੈਨ ਆਈ ਮੈਟ ਲਾਈਕ 4 ਮਹੀਨੇ ਪੂਰੇ ਸਾਲ ਦੀ ਵੀ ਕਰਦੇ ਸਾਲ ਦੀ ਨਹੀਂ ਕੋਰਸ ਦੀ ਪੂਰੀ ਅੱਛਾ ਪੂਰੇ ਕੋਰਸ ਦੀ ਓਕੇ ਸੋ ਇੰਨਾ ਪੈਸਾ ਮੈਂ ਬਣ ਜਾਂਦੀ ਹੈ ਬਿਜ਼ਨਸ ਪਹਿਲੇ ਸਾਲ 'ਚ ਮੈਂ ਕੀਤਾ ਸੀ 1,20,000 ਕੁਝ ਦਾ ਬਿਜ਼ਨਸ ਕੀਤਾ ਸੀ ਵਾਓ ਸਿਰਫ 4 ਮਹੀਨੇ ਚ ਉਦੋਂ ਮੇਰੇ ਕੋਲ ਜਦੋਂ ਮੈਂ ਸਟਾਰਟ ਕੀਤਾ ਮੇਰੇ ਕੋਲ ਗੱਡੀ ਦਾ ਲਾਇਸੈਂਸ ਤਾਂ ਚਾਹੀਦਾ ਹੁੰਦਾ ਤੁਹਾਨੂੰ ਮਾਰਕੀਟਿੰਗ ਕਰਨ ਜਾਓਗੇ ਮੇਰੇ ਕੋਲ ਲਾਇਸੈਂਸ ਨਹੀਂ ਸੀ ਅੱਛਾ ਤਾਂ ਫਿਰ ਮੈਂ ਉਹਨਾਂ ਨੂੰ ਕਹਿਤਾ ਕੰਪਨੀ ਵਾਲਿਆਂ ਨੂੰ ਕਿ ਹੈਗਾ ਮੇਰੇ ਕੋਲ ਲਾਇਸੈਂਸ ਤਾਂ ਓਬਵੀਅਸਲੀ ਤਾਂ ਫਿਰ ਮੈਂ ਬਸ First of all, you say yes, I have it, and then you get it done. That's what you're saying. Make it happen. Yeah, fake it until you make it, basically. But you have to put in effort. So मैं ऐसा करता सी मेरी Walmart ਤੇ ਕੰਮ ਹੁੰਦਾ ਸੀ 2:30 ਵਜੇ ਦੀ ਸ਼ਿਫਟ ਹੁੰਦੀ ਸੀ ਮੈਂ ਘਰੋਂ ਨਿਕਲਦਾ ਸੀ ਛੁੱਟੀ ਵਾਲੇ ਦਿਨ ਖਾਸ ਕਰ ਸੈਟਰਡੇ ਸੰਡੇ ਨੂੰ ਮੈਂ ਘਰੋਂ ਨਿਕਲ ਗਿਆ ਜਿਵੇਂ 8 8:30 9 ਵਜੇ ਹੋ ਗਿਆ ਤਾਂ ਫਿਰ ਮੈਂ ਬੱਸ ਲੈ ਕੇ ਗਿਆ ਇੱਕ ਜਿਹੜੀ ਕਮਿਊਨਿਟੀ 'ਚ ਗਿਆ ਜਿਵੇਂ ਕਿਸੇ ਵੀ ਤਾਂ ਉੱਥੇ ਮੈਂ ਮਾਰਕੀਟਿੰਗ ਕਰਨੀ ਡੋਰ ਨੌਕ ਕਰਨੀ ਮੈਂ ਫਲਾਇਰ ਬਣਨੇ ਆਪਣੇ ਡੋਰ ਨੌਕ ਕਰਨੀ 3-4 ਘੰਟਿਆਂ ਲਈ ਫਿਰ ਮੇਰੀ ਜਿੱਥੋਂ ਮੇਰਾ ਬੱਸ ਸਟਾਪ ਬੱਸ ਮੈਨੂੰ ਡ੍ਰੌਪ ਕਰਦੀ ਸੀ ਤੇ ਵਾਲਮਾਰਟ 'ਚ 2 ਕਿਲੋਮੀਟਰ ਦਾ ਰਾਸਤਾ ਸੀ ਤਾਂ ਫਿਰ ਮੈਂ ਉਹਨੂੰ ਮੈਪ ਕਰਕੇ ਚੱਲਦਾ ਸੀ ਘਰੋਂ ਕਿ ਮੈਂ 2 ਕਿਲੋਮੀਟਰ ਪੈਦਲ ਚੱਲ ਕੇ ਸਾਰੇ ਘਰਾਂ 'ਚ ਫਲਾਇਰ ਬਣਨੇ ਆ ਤਾਂ ਕਿ ਫਿਰ ਮੈਂ ਜਦੋਂ ਮੇਰਾ ਟਾਈਮ ਹੋ ਗਿਆ ਸ਼ਿਫਟ ਦਾ ਤਾਂ ਫਿਰ ਮੈਂ ਉੱਥੇ ਚੱਲ ਕੇ ਡੋਰ ਨੌਕਿੰਗ ਕਰਕੇ ਏਦਾਂ ਫਿਰ ਮੈਂ 2:30 ਵਜੇ ਆਪਣਾ ਵਾਲਮਾਰਟ ਤੇ ਪਹੁੰਚ ਜਾਂਦਾ ਸੀ ਵਾਲਮਾਰਟ ਤੇ ਪਹੁੰਚ ਜਾਂਦਾ that's a hard work and then ਉਦੋਂ ਲਾਈਕ ਵਿੰਟਰ ਟਾਈਮ ਹੁੰਦਾ ਸੀ ਨਾ ਆਪਾਂ ਕਦੀ ਵਿੰਟਰ ਦੇਖੀ ਵੀ ਨਹੀਂ ਸੀ ਤਾਂ ਫਿਰ ਏਦਾਂ ਹੀ ਕਰਕੇ ਸਟਰਗਲ ਕਰ ਫਿਰ ਗੱਡੀ ਆ ਗਈ ਫਿਰ ਆਪਾਂ ਮਾਰਕੀਟਿੰਗ ਹਾਇਰ ਕਰ ਲਈਏ ਬੰਦੇ ਉਹਨਾਂ ਨੂੰ ਟ੍ਰੇਨ ਕੀਤਾ ਬਟ that's how the thing started and I said first year like was super successful for me made a lot of money but the most important part ਜਦੋਂ ਮੈਂ ਡਿਸਕਵਰ ਕੀਤਾ ਉੱਥੇ ਕਿ ਮੈਂ ਇੰਜੀਨੀਅਰਿੰਗ ਸਟੂਡੈਂਟ ਸੀ ਮੈਂ ਆਟੋਮੋਟਿਵ ਇੰਜੀਨੀਅਰਿੰਗ ਕਰ ਰਿਹਾ ਸੀ ਬਟ ਇੱਕ ਤਾਂ ਸੀ ਮੇਰੇ ਟੀਚਰ ਜਿਹੜੇ ਇੰਜੀਨੀਅਰਿੰਗ ਜਿਹੜੇ ਪੜ੍ਹਾ ਰਹੇ ਸੀ ਸਾਨੂੰ ਬੜੀ ਬੜੀ ਕੰਪਨੀਆਂ 'ਚ ਕੰਮ ਕਰਦੇ ਸੀ ਫੋਰਡ ਹੋ ਗਈ GM ਡਿਟਰੋਇਟ ਓਹਾਇਓ ਤੇ ਇੱਕ ਬੰਦੇ ਜਦੋਂ ਮੈਂ ਇਹ ਕੰਮ ਕਰਨ ਲੱਗਿਆ ਤੇ ਫਿਰ ਮੈਂ ਇਹ ਜਿਹੇ ਬਿਜ਼ਨਸਮੈਨਾਂ ਨੂੰ ਮਿਲਿਆ ਜਿਹੜੇ ਰੀਅਲ ਸਟੇਟ ਦਾ ਕੰਮ ਕਰਦੇ ਸੀ ਫਲਿਪਿੰਗ ਕਰਦੇ ਸੀ ਰੈਂਟਲ ਪ੍ਰੋਪਰਟੀਆਂ ਮੈਨੇਜ ਕਰਦੇ ਸੀ ਤਾਂ ਮੈਂ ਉਹਨਾਂ ਨੂੰ ਦੇਖਿਆ ਲਾਈਕ ਲਾਈਕ ਈਵਨ ਦੋ ਲਾਈਕ ਐਜੂਕੇਸ਼ਨ ਲੈਵਲ 'ਚ ਡਿਫਰੈਂਸ ਹੈਗਾ ਬਟ ਇਹ ਬੰਦੇ ਹਾਊ freedom they have on their time ਜਿਹੜੇ ਬਿਜ਼ਨਸ ਕਰਦੇ ਆ ਤਾਂ ਫਰੀडम ਨੂੰ ਤੁਸੀਂ ਕਿੱਦਾਂ ਐਕਸਪਲੇਨ ਕਰਦੇ ਹੋ ਫਰੀडम ਤਾਂ ਸਾਰੇ ਕਹਿੰਦੇ ਆ ਜੀ ਮੈਂ ਤਾਂ ਗੱਡੀ ਲਈ ਮੈਂ ਵੀ ਫ੍ਰੀ ਹਾਂ ਫਰੀडम ਐਦਾਂ ਹੁੰਦਾ ਭਾਜੀ ਜਿਵੇਂ ਲਾਈਕ ਮੈਂ ਆਲ ਗਿਵ ਮਾਈ ਓਨ ਐਗਜ਼ਾਮਪਲ ਜੇ ਲੈਟਸ ਸੇ ਕੱਲ ਨੂੰ ਮੈਂ ਮੇਰੀ ਸਿਸਟਰ US 'ਚ ਰਹਿੰਦੀ ਆ ਉਹਦੇ ਕੋਲ ਆ ਗਿਆ ਮੈਨੂੰ ਕਿ ਲਾਈਕ ਤੂੰ ਮੈਨੂੰ ਆ ਕੇ ਲਾਈਕ ਫॉर whatever ਰੀਜ਼ਨ ਕਹਿੰਦੀ ਮੈਨੂੰ ਵੀ ਤੂੰ ਆ ਜਾ US ਆ ਜਾ ਇਸ ਹਫਤੇ ਕਿ ਮੈਂ ਜਾ ਸਕਦਾ ਉੱਥੇ ਬਿਨਾਂ ਕੁਝ ਸੋਚੇ ਮੈਂ ਬਸ ਆਪਣਾ ਸਮਾਨ ਚੱਕਿਆ ਕਰਕੇ ਨਾਲ ਗੱਲ ਕੀਤੀ ਮੰਮੀ ਡੈਡੀ ਨਾਲ ਤਾਂ ਫਿਰ ਮੈਂ US ਲਈ ਗੱਡੀ ਲੈ ਲਈ ਜਾਂ ਮੈਂ ਫਲਾਈਟ ਲੈ ਕੇ ਚੱਲ ਗਿਆ and I don't have to worry about my expenses, how things are going to run behind me, how will I pay for the trip, what will what will happen to the like my let's say my work or any other thing while I'm gone. ਜੇ ਤੁਸੀਂ ਆ ਕਰ ਸਕਦੇ ਹੋ ਵਿਦਆਊਟ ਟੈਨਸ਼ਨ ਫ੍ਰੀ ਹੈ ਨਾ ਜੇ ਤੁਸੀਂ ਲੈਟਸ ਸੇ ਕੱਲ ਨੂੰ ਲਾਈਕ I decided few friends got together ਜੇ ਤੁਸੀਂ ਮਿਲ ਗਏ ਤੁਸੀਂ ਕਿ ਮੋਹਿਤ ਚਲ ਮੈਕਸੀਕੋ ਚੱਲੀਏ ਮੈਂ ਕਿਹਾ ਯਾਰ ਚਲੋ ਚੱਲੀਏ ਆਪਾਂ ਇੱਕ ਹਫਤੇ ਲਈ ਮੈਕਸੀਕੋ ਲਈ ਬਟ ਇਟ ਡਜ਼ਨਟ ਅਫੈਕਟ ਮਾਈ ਲਿਵਿੰਗ ਸਟੈਂਡਰਡ I don't have to worry about like ਮੈਂ ਪੇ ਕਿੱਥੋਂ ਕਰਨਾ ਮੈਂ ਟਾਈਮ ਕਿੱਥੋਂ ਕੱਢਣਾ ਮੈਂ ਆਪਣੇ ਆਫਿਸ 'ਚ ਕਾਲ ਕਰਨੀ ਹੈ ਮੈਂ ਈਮੇਲ ਕਰਨੀ ਹੈ ਕਿਸੇ ਤੋਂ ਛੁੱਟੀ ਲੈਣੀ ਆ ਸੋ ਦੈਟਸ ਅ ਫਾਈਨੈਂਸ਼ੀਅਲ ਫਰੀडम ਫॉर मी like not go and buy a Mercedes Benz like not go buy like the most expensive Tesla out there like that's not freedom for me. Freedom is like I do what I want to do at the time of my own choosing and I don't have to explain it to anyone else but at the same time it comes with a lot of responsibility ਕਿ ਤੁਸੀਂ ਜਦੋਂ ਤੁਸੀਂ ਕੰਮ ਕਰਨਾ ਤਾਂ ਫਿਰ ਤੁਸੀਂ ਕੋਈ ਐਕਸਕਿਊਜ਼ ਨਹੀਂ ਕਰ ਸਕਦੇ ਜੇ ਤੁਸੀਂ ਜਾਣਾ ਕਿਤੇ ਕੋਈ ਕੰਮ ਕਰੋ but at the same time ਜੇ ਤੁਸੀਂ ਬਿਜ਼ਨਸ 'ਚ ਕਸਟਮਰ ਫੇਸਿੰਗ ਬਿਜ਼ਨਸ ਆ ਖਾਸ ਕਰ ਤਾਂ ਤੁਸੀਂ ਲਾਈਕ ਜਦੋਂ ਕਸਟਮਰ ਨੂੰ ਕਹਿਤਾ ਵੀ ਤੁਸੀਂ ਉੱਥੇ 11 ਵਜੇ ਹੋਣਾ ਤਾਂ ਤੁਸੀਂ 10:30 ਵਜੇ ਹੋਣਾ ਤਾਂ ਦੈਟਸ ਹਾਊ ਯੂ ਬਿਲਡ ਦ ਟਰਸਟ ਐਂਡ ਵਾਂਸ ਯੂ ਗੈਟ ਕੰਫਰਟੇਬਲ ਪਰ ਜਦੋਂ ਸਭ ਤੋਂ ਚੰਗੀ ਗੱਲ ਆ ਇਹ 'ਚ ਫਰੀडम 'ਚ
ਤੁਹਾਨੂੰ ਜਿਹੜਾ ਵੀ ਕੰਮ ਤੁਸੀਂ ਕਰ ਰਹੇ ਹੋ ਯੂ ਨੈਵਰ ਫੀਲ ਇਟ ਲਾਈਕ ਫਸਟ ਤੁਹਾਨੂੰ ਪਤਾ ਹੀ ਨਹੀਂ ਲੱਗਦਾ ਕਿ ਮੈਂ ਕੰਮ ਵੀ ਕਰ ਰਿਹਾ ਈਵਨ ਦੋ ਤੁਸੀਂ ਉਹ ਤੁਹਾਡੀ ਸੈਕੰਡ ਨੇਚਰ ਬਣ ਜਾਂਦਾ ਸੈਕਿੰਡ ਨੇਚਰ ਬਣ ਜਾਂਦੀ ਹੈ ਤੁਹਾਡੀ ਹੈਬਿਟ 'ਚ ਆ ਜਾਂਦਾ ਐਂਡ ਤੁਹਾਨੂੰ ਕਦੇ ਲੋੜ ਨਹੀਂ ਇੱਦਾਂ ਨਹੀਂ ਹੁੰਦਾ ਕਿ ਯਾਰ ਮੈਂ ਅੱਜ ਤਾਂ ਕੰਮ ਨਹੀਂ ਕਰਨਾ ਯਾਰ ਮੈਂ ਤਾਂ ਲਾਈਕ ਨਾ ਕੁਝ ਹੋਰ ਕਰਨਾ ਅੱਜ ਤੁਹਾਨੂੰ ਕਦੇ ਵੀ ਇਹੋ ਜਿਹਾ ਫੀਲ ਨਹੀਂ ਹੋਊਗਾ ਜਿਵੇਂ ਤੁਸੀਂ ਰੈਗੂਲਰ ਜੌਬ ਕਰਦੇ ਹੋ ਉਹ 'ਚ ਤੁਹਾਨੂੰ ਹਮੇਸ਼ਾ ਲੱਗਦਾ ਯਾਰ ਬੰਦਾ ਵੀਕਐਂਡ ਦਾ ਹੀ ਵੇਟ ਕਰਦਾ ਰਹਿੰਦਾ ਸਾਰੇ ਕਿਤੇ ਹੈ। ਤੇ ਇੱਕ ਮੈਨੂੰ ਕੁਐਸਚਨ ਆ ਯੂਜੂਅਲੀ ਸਾਰੇ ਫੋਕਸ ਕਰਦੇ ਵੀ ਲੈਵਿਸ਼ ਲਾਈਫਸਟਾਈਲ ਵਾਸਤੇ ਗੱਡੀ ਲੈਣੀ ਜ਼ਰੂਰੀ ਆ। ਮੈਨੂੰ ਇਹ ਦੱਸੋ ਵੀ ਗੱਡੀ ਲੈਣੀ ਜ਼ਰੂਰੀ ਆ ਜਾਂ ਘਰ ਲੈਣਾ ਜ਼ਰੂਰੀ ਆ ਤੇ ਘਰ ਕਿਉਂ ਲੈਣਾ ਚਾਹੀਦਾ ਗੱਡੀ ਕਿਉਂ ਨਹੀਂ ਲੈਣੀ ਚਾਹੀਦੀ ਐਸੈਟ ਲਾਇਬਿਲਿਟੀਜ਼ ਕੀ ਹੁੰਦੇ ਆ ਥੋੜਾ ਜਿਹਾ ਉਹ ਸਮਝਾਓ ਮੈਨੂੰ ਵੀ ਉਹ ਕੀ ਹੁੰਦਾ ਵਾ। ਇੱਕ ਭਾਜੀ ਸਿੰਪਲ ਗੱਲ ਆ ਲਾਈਕ ਮੈਂ ਤੁਹਾਨੂੰ ਆਪਣੀ ਸਟੋਰੀ ਦੱਸ ਸਕਦਾ ਮੈਂ ਕਿਵੇਂ ਕੀਤਾ ਐਂਡ ਇਟ ਹੈਜ਼ ਵਰਕ ਵੈਰੀ ਸਕਸੈਸਫੁਲੀ ਫॉर ਮੀ ਮੈਂ ਪਹਿਲਾਂ ਲਿੱਤਾ ਸੀ ਜਦੋਂ ਆਪਾਂ ਬਿਜ਼ਨਸ ਸਟਾਰਟ ਕੀਤੀ ਸੀ ਮੈਂ ਲਿੱਤੀ ਸੀ ਗੱਡੀ $1500 ਦੀ ਕੈਰਾਵੈਨ the reason ਕਿਉਂ ਲਈ ਸੀ ਕਿਉਂਕਿ ਉਹ ਸਪੇਸ ਬਹੁਤ ਹੁੰਦਾ ਤਾਂ ਅਸੀਂ ਤਾਂ ਫਿਰ ਪੇਂਟਿੰਗ ਵਾਲਾ ਬਿਜ਼ਨਸ ਕੰਮ ਕਰਦੇ ਸਾਰਾ ਸਮਾਨ ਉਹ ਚ ਅੰਦਰ ਆ ਜਾਂਦਾ ਸੀ ਸੀਡੀ ਉੱਤੋਂ ਲਾ ਲਈ ਹੈ 1500 ਦੀ ਗੱਡੀ ਸੀ ਉਹ ਫਿਰ ਮੇਰੇ ਤੋਂ ਐਕਸੀਡੈਂਟ ਹੋ ਗਿਆ ਫਿਰ ਮੈਂ ਇੱਕ ਹੋਰ ਲਈ 1200 ਦੀ ਫਿਰ 2 ਸਾਲ ਉਹ ਚਲਾਈ ਈਵਨ ਦੋ every year when I did the business I was making over 100,000 business second year ਚ ਤਾਂ ਅਸੀਂ ਪੂਰੇ like you know close to 200,000 ਦਾ ਬਿਜ਼ਨਸ ਕਰਤਾ but still you were driving ਇਹ ਮੈਂ still ਉਹ ਡਰਾਈਵ ਕਰ ਰਿਹਾ ਸੀ 1200 ਦੀ ਗੱਡੀ ਤੇ ਮੇਰੇ ਲਾਈਕ ਯੂ نو ਕੱਪੜਾ 'ਚ ਪੇਂਟ ਪਾਇਆ ਹੋਇਆ ਹੱਥ ਲਿਬੜੇ ਹੋਇਆ ਸਾਰੇ ਕੰਮ ਬਟ ਮੈਂ ਕਦੇ ਨਾ ਕਿਸੇ ਗੱਲ ਤੋਂ ਜਦੋਂ ਮੈਂ ਤੁਹਾਨੂੰ ਐਗਜ਼ਾਮਪਲ ਦਿੰਦਾ ਪ੍ਰਾਈਮ ਮੈਂ ਕਲਾਸ 'ਚ ਜਾਂਦਾ ਸੀ ਸਾਡੀ ਕੋਈ ਲਾਈਕ ਪ੍ਰੋਫੈਸਰ ਦੀ ਕਲਾਸ ਆ ਤਾਂ ਫਿਰ ਮੈਂ ਕਦੇ ਵੀ ਕਲਾਸ 'ਚ ਗਿਆ ਮੈਂ ਆਪਣੇ ਹੈਂਡਸ ਐਟ ਦਾ ਪਾਕਟ 'ਚ ਰੱਖਦਾ ਸੀ ਤਾਂ ਹੀ ਮੈਂ ਦੇਖ ਰਿਹਾ ਵਾ ਮੋਹਿਤ ਸਾਹਿਬ ਆਉਂਦੇ ਨੇ ਹੁਣ ਵੀ ਹੱਥ ਪਾਕਟ ਦੇ ਵਿੱਚ ਤੇ ਪਾਕਟ 'ਚ ਕਿਉਂ ਉਹ ਹੱਥ ਬਣੀ ਹੋਈ ਆ ਮੈਂ ਕਿਹਾ ਯਾਰ ਬੰਦਾ ਪਾਕਟ 'ਚ ਹੱਥ ਰੱਖਦਾ ਚੱਕਰ ਕੀ ਆ ਤਾਂ ਫਿਰ ਉਦੋਂ ਟਾਈਮ ਦੀ ਵੀ ਕਿ ਹੱਥ ਲਿਬੜੇ ਹੁੰਦੇ ਸੀ ਕਲਾਸ ਜਾ ਕੇ ਬਾਕੀ ਦੇ ਕਲਾਸਮੇਟਾਂ ਨੂੰ ਤਾਂ ਪਤਾ ਸੀ ਸਾਰਿਆਂ ਨੂੰ ਕਿ ਵੀ ਇਹ ਆਪਣਾ ਬਿਜ਼ਨਸ ਰਨ ਕਰਦੇ ਆ ਬਟ like that's the dedication but ਕਿਸੇ ਨੂੰ show off ਕਰਨ ਦੀ ਕੋਈ ਉਹ ਨਹੀਂ ਆ ਕਦੇ ਪਤਾ like it's a saying like if you have like your bank balance speaks you don't have to speak yeah so like ਜੇ ਤੁਹਾਡੇ ਕੋਲ ਤੁਸੀਂ ਆਪਣੇ ਸੈਲਫ ਸੈਟੀਸਫਾਈਡ ਹੋ ਆਪਣੇ ਕੰਮ ਤੋਂ ਜੇ ਤੁਸੀਂ ਕੌਨਫੀਡੈਂਸ ਹੋ ਜੋ ਵੀ ਤੁਸੀਂ ਕਰ ਰਹੇ ਹੋ ਜਿਹੜਾ ਤੁਹਾਡਾ ਆਪਣੇ ਆਪ 'ਚ ਜਿਹੜਾ ਕੌਨਫੀਡੈਂਸ ਆ ਤੁਹਾਨੂੰ ਫਿਰ ਨਾ ਕਿਸੇ ਗੱਡੀ ਦੀ ਲੋੜ ਆ ਨਾ ਕਿ 4 ਬੰਦਿਆਂ ਨੂੰ ਤੁਹਾਡੀ ਤਾਰੀਫ ਕਰਨ ਦੀ ਲੋੜ ਹੈ ਨਾ ਤੁਹਾਨੂੰ ਸੁਣਨ ਦੀ ਲੋੜ ਆ ਜੇ ਤੁਸੀਂ ਕਰਦੇ ਹੋ ਕੰਮ you just feel confident about it and then you just don't worry about anything else around it ਤੁਹਾਡੇ ਅੱਗੇ ਕੋਈ 2 ਲੱਖ ਦੀ ਗੱਡੀ ਲੈ ਕੇ ਆ ਜਾਏ ਤੁਹਾਨੂੰ ਕੋਈ ਫਰਕ ਨਹੀਂ ਪਊਗਾ ਤੁਸੀਂ ਭਾਈ 4 ਦੀ ਲੈ ਮੈਂ ਕੀ ਲੈਣਾ ਮੈਂ ਆਪਣੇ ਕੰਮ ਤੇ ਬਹੁਤ ਖੁਸ਼ ਹਾਂ ਮੈਂ like ਮੈਂ ਕੋਈ ਸਟ੍ਰੈਸ ਨਹੀਂ ਲੈਂਦਾ ਕਿ ਮੈਨੂੰ ਮੋਰਗੇਜ ਪੇ ਕਰਨੀ ਆ ਪੇ ਕਰਨੀ ਆ ਹੈ ਤਾਂ ਲਾਈਕ ਯੂ ਸਲੀਪ ਸਟ੍ਰੈਸ ਈਵਨ ਨਾਓ ਲਾਈਕ ਆਈ ਡਰਾਈਵ ਅ ਹੋਂਡਾ ਸਿਵਿਕ ਉਹ ਮੈਂ ਲਿੱਤੀ ਸੀ ਅੱਜ ਤੋਂ 3-4 ਸਾਲ ਪਹਿਲਾਂ ਲਿੱਤੀ ਸੀ ਉਹ ਮੇਰੀ ਸੈਕਿੰਡ ਗੱਡੀ ਸੀ ਜਦੋਂ ਕੈਰਾਵੈਨ ਤੋਂ ਬਾਅਦ ਮੈਨੂੰ ਉਹ ਲਿੱਤੀ ਸੀ ਮੈਂ ਕੈਰਾਵੈਨ ਵੀ ਮੈਂ ਵੇਚੀ ਨਹੀਂ ਸੀ ਉਹ ਐਵੇਂ ਸਕ੍ਰੈਪ 'ਚ ਗਈ ਸੀ ਕਿਉਂਕਿ ਮੈਂ ਚਲਾ ਹੀ ਨਹੀਂ ਲਈ ਸੀ ਇਹ ਹੋਂਡਾ ਸਿਵਿਕ ਇਹ ਤੇ ਹੁਣ ਕਿਲੋਮੀਟਰ ਕਿੰਨੇ ਹੋ ਗਏ 2.5 ਲੱਖ ਕਿਲੋਮੀਟਰ ਚਲਾਤੀ ਮੈਂ ਬਟ ਅੱਜ ਤੱਕ ਮੈਂ ਕਦੇ ਨੀਂਦ ਹੀ ਨਹੀਂ ਪਈ ਹੁਣ ਆਈ ਕੈਨ ਅਫੋਰਡ ਐਨੀਥਿੰਗ ਨਾਓ ਬਟ ਆਈ ਸਟਿਲ ਡੋਂਟ ਵਾਂਟ ਟੂ ਜਸਟ ਬਿਕੋਜ਼ ਦਿਸ ਨੋ ਨੀਡ ਫॉर मी why are you not buying a Dodge Charger tell me this why are you not buying Dodge Charger Challenger Porsche ਠੀਕ ਆ ਹੋਰ ਕਿਹੜੀ ਹੁੰਦੀ ਆ Ford GT ਕਿਉਂ ਨਹੀਂ ਬਾਏ ਕਰ ਰਹੇ ਤੁਸੀਂ ਸਾਰੇ ਤਾਂ ਇਹ ਕਹਿੰਦੇ ਵੀ ਜਿਹੜਾ ਬੰਦਾ ਆਪਸ਼ਨ ਹੁੰਦੇ ਨੇ ਮੇਰੇ ਕੋਲ ਮੈਂ ਕਈ ਵਾਰ ਏਦਾਂ ਹੁੰਦਾ ਮੈਂ ਕਿਹਾ ਯਾਰ ਬੈਂਕ 'ਚ ਨਾ ਇਹਨਾਂ ਬੈਲੈਂਸ ਪਿਆ ਜੋ ਪਿੱਛੇ ਪ੍ਰੋਪਰਟੀਆਂ ਸੈਲ ਕੀਤੀ ਸੀ 1-2 ਕੋਵਿਡ ਪੀਕ ਸੀ ਈਅਰ ਦੀ ਸਟਾਰਟਿੰਗ 'ਚ ਮੇਰੇ ਕੋਲ ਚੰਗਾ ਜਿਹਾ ਬੈਲੈਂਸ ਆ ਗਿਆ ਮੈਂ ਕਿਹਾ ਯਾਰ ਫਿਰ ਮੈਂ ਕਿਹਾ ਹੁਣ ਤਾਂ ਗੱਡੀ ਲੈ ਲਈਏ ਫਿਰ ਮੈਂ ਕਿਹਾ ਯਾਰ ਗੱਡੀ ਹੀ ਲਈਏ ਮੈਂ ਕਿਹਾ ਪ੍ਰੋਪਰਟੀਆਂ ਦੇਖ ਲਈਏ 2-4 ਫਿਰ ਮੈਂ ਹਿਸਾਬ ਲਾਇਆ ਮੈਂ ਕਿਹਾ ਜੇ ਪ੍ਰੋਪਰਟੀ ਲੈਣੀ ਇੰਨਾ ਡਾਊਨ ਪੈਣਾ ਤਾਂ ਫਿਰ ਮੈਂ ਕਿਹਾ ਫਿਰ ਡਾਊਨ ਪੈ ਕੇ ਅੱਗੇ ਜਾ ਕੇ ਇਹਨੂੰ ਪ੍ਰੋਪਰਟੀ ਦੀ ਐਪਰੀਸ਼ੀਏਸ਼ਨ ਹੋਊਗੀ ਪਲੱਸ ਵਨਸ ਯੂ ਸੀ ਹਾਊ ਦ ਮਨੀ ਵਰਕਸ ਸਪੈਸ਼ਲੀ ਇਨ ਦ ਰੀਅਲ ਸਟੇਟ ਬਿਜ਼ਨਸ ਜਦੋਂ ਤੁਸੀਂ ਤੁਹਾਡੀ ਇਨਵੈਸਟਮੈਂਟ ਕਿੰਨੀ ਸੀ ਕਿੰਨਾ ਤੁਹਾਡਾ ਮੈਨੇਜ ਕੀਤਾ ਪ੍ਰੋਪਰਟੀ ਜਦੋਂ ਵਨਸ ਯੂ ਸੈਲ ਇਟ ਦ ਕਾਈਂਡ ਆਫ ਰਿਟਰਨ ਯੂ ਗੈਟ ਤਾਂ ਤੁਹਾਨੂੰ ਲੱਗਦਾ ਯਾਰ ਮੈਂ 40-50 ਹਜ਼ਾਰ ਗੱਡੀ ਦੇ ਲਾਏ ਜੇ ਮੈਂ 40-50 ਹਜ਼ਾਰ 'ਚ ਤਾਂ ਵਿੰਡਸਰ 'ਚ ਤਾਂ ਮੈਂ ਡੁਪਲੈਕਸ ਲੈ ਲੈਣਾ ਜੇ ਤੁਸੀਂ 4-4.5 ਲੱਖ ਦਾ ਫਸਟ ਟਾਈਮ ਹੋਮ ਬਾਇਰ ਐਜ਼ ਅ 5% ਡਾਊਨ ਪਾ ਕੇ ਲੈਣੇ ਹੋ ਦੈਟਸ ਆਲ ਦ ਡਾਊਨ ਪੇਮੈਂਟ ਯੂ ਨੀਡ So how much you need 10% only? 5% plus 2%. Duplex ਲੈਣ ਲਈ ਵਿੰਡਸਰ ਦੇ ਵਿੱਚ 4.5 ਲੱਖ ਦਾ ਆ ਜਾਂਦਾ 4.5 ਤੋਂ ਨਹੀਂ ਮੈਂ ਹੁਣੇ ਚੈੱਕ ਕਰ ਰਿਹਾ ਸੀ ਇੱਕ ਫਰੈਂਕ ਕੱਲ ਨੂੰ ਇੱਕ ਇਨਵੈਸਟਰ ਨੂੰ ਦਿਖਾਉਣ ਜਾਣੀ ਆਪਾਂ ਪ੍ਰੋਪਰਟੀ ਵਿੰਡਸਰ 'ਚ ਜਾਣੀ ਆ ਮੈਂ ਦੇਖੀ ਉੱਥੇ ਇੱਕ ਵਿੰਡਸਰ 'ਚ ਲੱਗੀ ਹੋਈ ਸੀ ਇੱਕ ਪ੍ਰੋਪਰਟੀ 299 like 300,000 ਤੇ ਲੱਗੀ ਹੋਈ ਆ ਡਿਊਪਲੈਕਸ ਲੀਗਲ ਡਿਊਪਲੈਕਸ ਹੈਗਾ ਬੇਸਮੈਂਟ ਬਣੀ ਹੋਈ ਆ ਸੈਪਰੇਟ ਐਂਟਰੈਂਸ ਨਾਲ ਉੱਤੋਂ 3 ਕਮਰੇ ਪਤਾ ਨਹੀਂ 4 ਕਮਰੇ ਆ ਬੇਸਮੈਂਟ 'ਚ ਇੱਕ ਕਮਰਾ ਹੈਗਾ ਸ਼ਾਇਦ there is a potential to make one more room so that's the property you buy and if you have 40,000 why would you put it in a car or any other car especially those who can afford to buy a car straight up for 40,000 they never buy a car
ਇਹੀ ਇੱਕ ਜ਼ਰੂਰੀ ਹੁੰਦਾ ਯਾਰ, ਸਕਸੈਸ ਇਹੀ ਜਿਹੀ ਹੁੰਦੀ ਹੈ। ਜੇ ਮੈਂ ਗਿਆ ਸੀ, ਮੈਂ ਜਦੋਂ ਆਇਆ ਸੀ ਨਾ ਮੈਨੂੰ ਕੋਈ ਲੈਣ ਆਇਆ, ਮੇਰੇ ਕੋਲ ਰਿਲੇਟਿਵਸ ਵੀ ਹੈਗੇ ਨਾ, ਮੈਂ ਉਹਨੂੰ ਕਿਸੇ ਨੂੰ ਕਾਲ ਕੀਤਾ, ਮੈਂ ਆਪੇ ਰੂਮ ਲੱਭ ਲਿਆ ਕਿ ਜੀ ਤੋਂ ਜਦੋਂ ਇੰਡੀਆ ਸੀ ਮੈਂ ਉੱਥੇ ਹੀ ਮੈਂ ਉਹਨੂੰ ਪੇਮੈਂਟ ਕੀਤੀ ਤੇ ਫਿਰ ਮੈਂ ਇੱਥੇ ਆ ਕੇ ਮੈਂ ਡਾਇਰੈਕਟ ਆਪਣਾ ਵਿੰਡਸਰ ਇੱਥੋਂ ਵਿੰਡਸਰ ਦੀ ਕਨੈਕਟਡ ਫਲਾਈਟ ਲਈ ਉੱਥੇ ਮੈਂ ਉੱਥੇ ਗਿਆ। ਮੈਂ ਬੰਦੇ ਇਹੋ ਜਿਹੇ ਹੀ ਲੱਭੇ ਜਿਹੜਾ ਆਪਣਾ ਫਰੈਂਡ ਸਰਕਲ ਹੈਗਾ ਨਾ, ਲਾਈਕ ਜਿਹੜੇ ਬੰਦੇ ਤੁਸੀਂ ਆਪਣੇ ਆਪ ਨੂੰ ਸਰਾਊਂਡ ਕਰਦੇ ਹੋ, ਯੂ ਹੈਵ ਟੂ ਫਾਈਂਡ ਦੋਜ਼ ਪੀਪਲ ਲਾਈਕ ਜਿਹੜੇ ਤੁਹਾਡੇ ਲਾਈਕ ਤੁਹਾਡੀ ਸੋਚ ਨਾਲ ਅਲਾਈਨ ਕਰਦੇ ਆ, ਜਿਨ੍ਹਾਂ ਦਾ ਲਾਈਕ ਦੈਟ ਇਨਵੈਸਟਰ ਮਾਈਂਡਸੈਟ ਔਰ ਲਾਈਕ ਦੇ ਆਰ ਵੈਰੀ ਨੋਲੇਜੇਬਲ ਅਬਾਊਟ ਮਨੀ। ਸੋ ਮੇਨ ਹੈਗੀ ਤੁਹਾਡਾ ਸਰਕਲ ਕਿਹੋ ਜਿਹਾ, ਸਰਕਲ ਕਿੱਦਾਂ ਦਾ, ਤੇ ਤੁਹਾਨੂੰ ਪਤਾ ਹੋਣਾ ਚਾਹੀਦਾ ਮਨੀ ਅਸਲ ਚ ਵਰਕ ਕਿੱਦਾਂ ਕਰਦੇ ਐਂਡ ਐਸੈਟ ਲਾਇਬਿਲਿਟੀਜ਼ ਬਾਰੇ ਪਤਾ ਹੋਣਾ ਚਾਹੀਦਾ। ਸੋ ਲਾਈਕ ਜਿਹੜੀ ਹੁਣ ਜਿੱਦਾਂ ਕਾਰਾਂ ਹੈਗੀਆਂ ਨੇ, ਇਹ ਇੱਕ ਲਾਇਬਿਲਿਟੀ ਹੈ ਜਿਹਦੇ ਵਿੱਚ ਤੁਹਾਡੇ ਪੈਸੇ ਜੇਬ ਚੋਂ ਹਰੇਕ ਮਹੀਨੇ ਜਾਂਦੇ ਆ, ਬਟ ਜੇ ਤੁਸੀਂ ਡੁਪਲੈਕਸ ਜਾਂ ਟ੍ਰਿਪਲੈਕਸ ਲੈਂਦੇ ਹੋ ਉਹਦੇ ਵਿੱਚ ਤੁਹਾਡੇ ਡੁਪਲੈਕਸ ਤੋਂ ਨਿਕਲ ਕੇ ਜੇਬ 'ਚ ਪੈਂਦੇ ਆ, ਜੇਬ 'ਚ ਪੈਂਦੇ ਵੀ ਹੈਗੇ ਆ। ਉੱਥੋਂ ਤੁਹਾਨੂੰ ਲਾਈਕ ਇੰਨਾ ਸਾਰਾ ਪਤਾ ਲੱਗਦਾ ਕਿ ਤੁਸੀਂ ਆਪਣਾ ਜੇ ਤੁਸੀਂ ਡਿਊਪਲੈਕਸ ਲਿਆ ਹੋਇਆ, ਇਫ ਯੂ ਲਿਵ ਇਨ ਦ ਸੇਮ ਸਿਟੀ ਵੇ ਯੂ ਬਾਏ, ਲਾਈਕ ਤੁਹਾਨੂੰ ਆਪਣਾ ਰੈਂਟ ਨਹੀਂ ਦੇਣਾ ਪੈਣਾ ਹੈ। ਜੇ ਕੈਨੇਡਾ 'ਚ ਸਭ ਤੋਂ ਲਾਈਕ ਵਾਟਸ ਦ ਮੋਸਟ ਐਕਸਪੈਂਸਿਵ ਥਿੰਗ ਇਨ ਕੈਨੇਡਾ ਟੂ ਲਿਵ ਇਜ਼ ਹਾਊਸ। ਜਿਵੇਂ ਤੁਹਾਨੂੰ ਕਹਿ ਦਾਂ ਕੱਲ ਨੂੰ ਭਾਈ ਤੂੰ ਆਪਣੇ ਮੌਰਗੇਜ ਦੀ ਟੈਨਸ਼ਨ ਨਹੀਂ ਲੈਣੀ ਹੁਣ ਲਾਈਫ ਟਾਈਮ, ਤੁਸੀਂ ਕਹੋਗੇ ਯਾਰ ਮੇਰੀ ਤਾਂ ਲਾਈਫ ਹੀ ਬਣ ਗਈ, ਖਰਚਾ ਖਾਣ ਪੀਣ 'ਚ ਤਾਂ ਖਰਚੇ ਹੀ ਨਹੀਂ ਹੈ, 2-3000 ਹਰੇਕ ਮਹੀਨੇ ਦਾ ਜਾਂਦਾ ਵਾ, ਜੋ ਸੇਵ ਕਰ ਲੈਣਾ ਤੁਸੀਂ ਸਾਰਾ ਹੀ ਸੇਵ ਕਰ ਲੈਣਾ। ਤੁਸੀਂ ਤੁਹਾਡਾ ਲਿਵਿੰਗ ਸਟੈਂਡਰਡ ਦੇਖੋ ਕਿੰਨਾ ਇੰਪਰੂਵ ਹੋ ਜਾਊਗਾ, ਤੁਸੀਂ ਆਪਣੇ ਫੈਮਿਲੀ ਨਾਲ ਚੰਗਾ ਟਾਈਮ ਸਪੈਂਡ ਕਰੋਗੇ ਤੇ ਹੋਰ ਜਿਹੜੇ ਕੰਮ ਤੁਹਾਨੂੰ ਚੰਗੇ ਲੱਗਦੇ ਆ ਤੁਸੀਂ ਉਹ ਸਿੱਖੋਗੇ, ਜੋ ਵੀ ਕਰੋਗੇ। ਜੇ that's the biggest liability or like expense there is in Canada, ਜਿਹੜਾ ਆਪਣਾ ਘਰ ਦਾ ਹੁੰਦਾ। ਜੇ ਘਰ ਦਾ ਸੇਵ ਹੋਣ ਲੱਗ ਜਾਵੇ ਬੰਦਾ ਜਿਹਨੇ ਇਹ ਸਿਸਟਮ ਸਮਝ ਲਿਆ ਨਾ ਕਿ ਬਈ ਇਹ ਸਭ ਤੋਂ ਵੱਡਾ ਐਕਸਪੈਂਸ ਆ, ਐਂਡ how do I pay for this expense in a way ਕਿ ਜੇ ਤੁਹਾਡੀ ਰੈਗੂਲਰ ਇਨਕਮ ਚੋਂ ਪੇ ਨਹੀਂ ਹੋਣਾ। Okay. Once you figure this out, life is very easy in Canada or any other country for that matter. ਤੁਹਾਨੂੰ ਮਨੀ ਸਰਕੂਲੇਸ਼ਨ ਸਮਝ ਹੋਣੀ ਚਾਹੀਦੀ ਆ ਕਿ ਮਨੀ ਵਰਕ ਕਿਦਾਂ ਕਰਦੀ ਹੈ, ਕਿਵੇਂ ਕਰਦੀ ਆ, ਐਂਡ ਦ ਬੈਸਟ ਵੇ ਟੂ ਲਰਨ ਇਟ ਤੁਸੀਂ ਲਰਨ ਕਰਦੇ ਹੋਏ ਜਿਹੜੇ ਬੰਦੇ ਏਦਾਂ ਕੰਮ ਕਰਦੇ ਆ। ਮੈਂ ਏਦਾਂ ਹੀ ਕਰਦਾ ਸੀ, ਜਿਵੇਂ ਮੈਂ ਵਿੰਡਸਰ 'ਚ ਘੁੰਮਦਾ ਸੀ, ਉਹਦਾ ਬਿਜ਼ਨਸ ਘੁੰਮਦਾ ਸੀ, ਮੈਂ ਕਿਸੇ ਨੇ ਹੋਮ ਡਿਪੋ 'ਚ ਹੀ ਦੇਖ ਲਿਆ ਜਿਹੜਾ ਬੰਦਾ ਥੋੜਾ ਜਿਹਾ ਕੰਮ ਕੀਤਾ ਹੈ, ਆਈ ਹੈਵ ਸੀਨ ਹਿਮ ਆਨਲਾਈਨ ਔਰ ਸਮਥਿੰਗ, ਆਈ ਜਸਟ ਮੈਸੇਜ ਹਿਮ। ਇਵਨ ਨਾਓ ਇਫ ਆਈ ਸੀ ਸਮਵਨ ਹੂਜ਼ ਜਿਹਨੂੰ ਵਧੀਆ ਕੰਮ ਕੀਤਾ ਹੋਇਆ, ਮੈਂ ਇੰਸਟਾਗ੍ਰਾਮ ਤੇ ਮੈਸੇਜ ਕਰ ਦੇਣਾ, ਲਾਈਕ ਇਫ ਯੂ ਮੈਸੇਜ 20 ਪੀਪਲ, one will get back to you at least. that was my theory. ਲਾਈਕ ਤੁਸੀਂ 20-30 ਬੰਦਿਆਂ ਨੂੰ ਮੈਸੇਜ ਕਰੋ, 1-2 ਬੰਦਾ ਤੁਹਾਨੂੰ ਜ਼ਰੂਰ ਗਾਈਡ ਕਰੂਗਾ, ਰਿਪਲਾਈ ਕਰੂਗਾ, ਕੀਪ ਟਰਾਈਂਗ, someone will get back to you. ਲਾਈਕ ਕਈਆਂ ਕੋਲ ਟਾਈਮ, ਇਟਸ ਨੋਟ ਲਾਈਕ they don't want to help you, but ਕਈਆਂ ਕੋਲ ਮੈਨੂੰ ਵੀ ਇੰਨੇ ਸਾਰੇ ਮੈਸੇਜ ਆਉਂਦੇ, ਮੈਂ ਨਹੀਂ ਕਰ ਪਾਉਂਦਾ ਸਾਰਿਆਂ ਦਾ ਰਿਪਲਾਈ, ਬਟ ਜਿਹਦਾ ਵੀ ਮੈਂ ਕਰਦਾ ਫਿਰ ਮੈਂ ਉਹਨੂੰ ਪੂਰੀ ਜਿਹਨੂੰ ਵੀ ਕੋਈ ਉਹ ਜਿਹੜੀ ਮੈਨੂੰ ਨੌਲੇਜ ਮੈਂ ਪੂਰੀ ਸ਼ੇਅਰ ਕਰਦਾ ਉਹਦੇ ਨਾਲ ਵੀ ਮੈਂ ਇੱਦਾਂ ਕੀਤਾ ਸੀ। these are the options. ਸੋ ਜਿੱਦਾਂ ਤੁਸੀਂ ਐਜ਼ ਅ ਸਟੂਡੈਂਟ ਸਟਾਰਟ ਕੀਤਾ, ਠੀਕ ਆ ਜੀ। ਸੋ ਇੱਕ ਹੁਣ ਜਿੱਦਾਂ ਕੋਈ ਕਮੈਂਟ ਤਾਂ ਨਹੀਂ ਆਇਆ, ਆਪਾਂ ਵੀ ਦੇਖ ਲਈਏ ਨਾਲ। ਸਤਿ ਸ੍ਰੀ ਅਕਾਲ ਭਾਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਸੋ ਜੇ ਲਾਈਵ ਵਧੀਆ ਲੱਗਦਾ ਜੀ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਆਪਾਂ ਅੱਗੇ ਨੌਲੇਜ ਵਧੀਆ ਦੇ ਸਕੀਏ, ਹੈ ਨਾ। ਸੋ ਜੇ ਕੋਈ ਨਵਾਂ ਸਟੂਡੈਂਟ ਆਇਆ ਵਾ, ਉਹ ਜਿੱਦਾਂ ਤੁਸੀਂ ਸਟਾਰਟ ਕੀਤਾ ਇਦਾਂ ਸਟਾਰਟ ਕਰਨਾ ਚਾਹੁੰਦਾ, what he should do or she should do? I think first like ਜਿਵੇਂ ਮੈਂ ਕੀਤਾ, I think ਮੈਂ ਕਾਲਜ ਪ੍ਰੋ ਵਾਲਾ ਕਨਸੈਪਟ ਬਹੁਤ ਵਧੀਆ ਲੱਗਿਆ, ਬਟ ਪੰਗਾ ਇਹ ਹੋਇਆ ਥੋੜੇ ਦਿਨ ਪਹਿਲਾਂ ਕਾਲਜ ਪ੍ਰੋ ਦੀ ਪੇਂਟਿੰਗ ਵਾਲੀ ਕੰਪਨੀ ਤਾਂ ਬੰਦ ਹੋ ਗਈ, ਬਟ ਦੇयर ਆਰ ਅਦਰ ਕੰਪਨੀਜ਼ ਇਨ ਦਾ ਮਾਰਕੀਟ। ਆਈ ਥਿੰਕ ਦੇयर ਇਜ਼ ਅ ਕੋਲਡ ਸਟੂਡੈਂਟ ਵਰਕਸ ਹੈਗੀ ਇੱਕ ਪੇਂਟਿੰਗ ਦੀ, ਕਾਲਜ ਪ੍ਰੋ ਵਾਲੇ ਹੁਣ ਵਿੰਡੋ ਕਲੀਨਿੰਗ ਦਾ ਕਰਦੇ ਆ, ਤੇ ਹੋਰ ਵੀ ਕੋਈ ਕੰਪਨੀਆਂ ਹੈਗੀ, ਬਟ ਐਜ਼ ਅ ਸਟੂਡੈਂਟ ਯੂ ਹੈਵ ਟੂ ਫਾਈਂਡ ਸਮਵਨ ਹੂਜ਼ doing some sort of business and doing it successfully. Work with him as long as he's willing to teach you how to do the business. Not ki like ਤੁਸੀਂ ਉਹਦੇ ਨਾਲ ਥੱਲੇ ਜਾ ਕੇ ਕੰਮ ਕਰਨਾ ਹੈ, but find a person who's successfully doing something and learn from him. And you so main ਹੈਗਾ skill learn ਕਰਨਾ, ਕੁਝ ਵੀ skill learn ਕਰੋ, skill learn ਕਰੋ, then you make money out of it, you save some money and then you buy. ਇਹ ਨਹੀਂ ਹੈਗਾ ਵੀ GTA ਜੀ ਬਾਏ ਕਰਨਾ ਪਵੇ $1 million। GTA ਦਾ ਯਾਰ ਬਹੁਤ ਔਖਾ ਹੁੰਦਾ, ਲਾਈਕ ਪੰਗਾ ਕੀ ਹੈ, ਜਿਹੜੇ ਬੰਦੇ ਜਿਹਨੇ ਮੇਰੇ ਫਰੈਂਡ ਸੀ ਅਸੀਂ ਵਿੰਡਸਰ 'ਚ, ਮੈਨੂੰ ਲੱਗਦਾ ਮੇਰੇ ਸਾਰੇ ਫਰੈਂਡਸ ਨੇ ਕਿਤੇ ਨਾ ਕਿਤੇ ਇਨਵੈਸਟ ਕਰੀ ਦੀ ਹੈ, ਵਿੰਡਸਰ 'ਚ ਲੈ ਲਿਆ, ਲੰਡਨ 'ਚ ਲੈ ਲਿਆ, ਬਟ ਜਿਹੜੇ ਬੰਦੇ ਕਦੇ ਵਿੰਡਸਰ ਗਏ ਨਹੀਂ, ਕਦੇ ਲੰਡਨ ਨਹੀਂ ਗਏ, ਕਦੇ ਕਿਚਨਰ ਏਰੀਆ 'ਚ ਗਏ ਨਹੀਂ ਨਾ, ਜਿਹੜੇ ਜਿਨ੍ਹਾਂ ਨੇ ਸਿਰਫ ਬ੍ਰੈਂਪਟਨ ਮਿਸੀਸਾਗਾ ਹੀ ਦੇਖਿਆ ਸ਼ੁਰੂ ਨੂੰ, ਉਹਨਾਂ ਲਈ ਨਹੀਂ ਹੁੰਦੀ ਇਨਵੈਸਟਮੈਂਟ, ਕਿਉਂਕਿ ਇੱਥੇ ਕਰਨੀ ਮੁਸ਼ਕਿਲ ਹੈਗੀ ਆ, ਉਹਨਾਂ ਨੂੰ ਪਤਾ ਹੀ ਨਹੀਂ ਉੱਥੇ ਮਾਰਕੀਟ ਕੀ ਹੈਗਾ, ਮਾਰਕੀਟ ਕੀ ਹੈ। ਐਂਡ ਮੈਨੂੰ ਇੱਕ ਗੱਲ ਇਹ ਦੱਸੋ ਵੀ ਆਪਾਂ ਨੂੰ 4-5 ਲੱਖ ਦੀ ਪ੍ਰਾਪਰਟੀ ਮਿਲ ਸਕਦੀ ਹੈ? ਉਹ ਈਜ਼ੀਲੀ ਕਿਤੇ ਵੀ ਲਾ ਲਓ ਯਾਰ ਤੁਸੀਂ।
ਲੰਡਨ ਚ ਲੈ ਲਓ ਹੁਣ ਤਾਂ ਸਾਰੇ ਰੇਟ ਕਿਉਂ ਕਰਨੇ ਆ ਜੀ 8 ਲੱਖ ਦੀ ਬਣਦੀ ਹੈ ਮਿਲੀਅਨ ਦੀ ਬਣਦੀ ਹੈ ਪਰ ਜੇ ਤੁਸੀਂ ਉਹਨਾਂ ਨੂੰ ਦੱਸੋ ਕਿ ਯਾਰ ਮੈਂ ਬਰੈਂਪਟਨ ਚ ਲੱਭਣੀ ਆ ਫਿਰ ਉਹ ਕੀ ਕਰਨਗੇ ਹਾਂ ਤੇ ਤੂੰ ਰੈਲੇਟਿਵ ਤੋਂ ਪੁੱਛਣ ਦੀ ਵੀ ਲਾਈਕ ਮੈਂ ਹੁਣੇ ਆਪਣਾ ਲਾਈਕ ਲਾਇਸੈਂਸ ਤਾਂ ਮੈਂ ਵੀ ਰੀਸੈਂਟਲੀ ਲਿਆ ਬਟ ਪਹਿਲਾਂ ਲਾਇਸੈਂਸ ਤੋਂ ਪਹਿਲਾਂ ਮੈਂ ਰੀਅਲ estate ਦੀ ਡੀਲ ਕਰਦਾ ਸੀ ਆਪਣੇ ਆਪ ਹੀ ਮੈਂ ਆਪਣੀ ਸਾਰੀ ਰਿਸਰਚ ਖੁਦ ਹੀ ਕਰਦਾ ਸੀ ਮੈਂ ਰੀਅਲਟਰ ਨੂੰ ਤਾਂ ਇਹ ਦੱਸਦਾ ਸੀ ਭਾਈ ਇਹ ਪ੍ਰੋਪਰਟੀ ਆ ਟਾਕ ਟੂ ਦ ਅਦਰ ਪਰਸਨ ਗੈਟ ਦ ਪੇਪਰ ਵਰਕ ਰੈਡੀ ਔਰ ਮੈਂ ਆਪਣੀ ਰਿਸਰਚ ਤਾਂ ਆਪੇ ਕਰਦਾ ਸੀ ਸਾਰੀ ਕਿਉਂਕਿ ਲਾਈਕ ਦੈਟਸ ਹਾਊ ਦ ਇਨਵੈਸਟਰਸ ਵਰਕ ਯੂਜੂਅਲੀ ਬਟ ਜੇ ਤੁਸੀਂ ਇਨਵੈਸਟਮੈਂਟ ਪਰਪਸ ਲਈ ਲੈਣੀ ਹੈ ਯੂ ਹੈਵ ਟੂ ਬੀ ਰੀਲੀ ਗੁੱਡ ਐਟ ਇਟ ਇਨ ਟਰਮਸ ਆਫ ਰਿਸਰਚਿੰਗ ਦ ਪ੍ਰੋਪਰਟੀ ਕੀ ਉਹਦੇ ਇਨਸ ਐਂਡ ਆਊਟ ਆ ਸੋ ਲਾਈਕ ਆਈ ਫੋਲੋ the 3 formulas for a property first one property ਦੀ cash flow positive ਕਿੰਨਾ like the current state ਜਿਹੜੀ property ਚ let's say ਘਰ ਚ 3 ਕਮਰੇ ਬਣੇ ਹੋਏ ਆ basement ਚ 2 ਕਮਰੇ ਬਣੇ ਹੋਏ ਆ ਇਹਨੂੰ ਐਜ਼ ਇਟ ਇਜ਼ ਤੁਸੀਂ ਰੈਂਟ ਤੇ ਕਰੋਗੇ ਉਹ ਕੀ ਕੈਸ਼ ਫਲੋ ਪੋਜ਼ਿਟਿਵ ਆ ਕੈਸ਼ ਫਲੋ ਪੋਜ਼ਿਟਿਵ ਨੋਟ ਓਨਲੀ ਕਿ ਜਿਹੜੇ ਲੱਗੇ 0% ਇੰਟਰਸਟ ਰੇਟ ਦਾ ਸਾਰੀ ਪ੍ਰੋਪਰਟੀ ਕੈਸ਼ ਪੋਜ਼ਿਟਿਵ ਹੁੰਦੀਆਂ ਹੁਣ ਜਿਹੜੀ ਪ੍ਰੋਪਰਟੀ 5-7% ਦੀ ਵੀ ਪੋਜ਼ਿਟਿਵ ਹੈਗੀ ਆ ਦੈਟਸ ਦ ਰੀਅਲ ਕੈਸ਼ ਫਲੋ ਪੋਜ਼ਿਟਿਵ ਨਾ ਤੇ ਤੁਸੀਂ ਉਹ ਮੈਥ ਕਰੋ ਪ੍ਰੋਪਰਟੀ ਦੇ ਰੈਂਟਲ ਦਾ ਤੇ ਹੁਣ ਇੱਕ ਵਾਰੀ ਤੁਸੀਂ ਉਹ ਕਰ ਲਿਆ ਇਵੇਂ ਬੇਸਿਕ ਇਹਦੇ ਵੀ ਮੈਂ ਮੈਥਡ ਕੀ ਯੂਜ਼ ਕਰਦਾ ਜਿਵੇਂ ਮੈਨੂੰ ਇਸ ਏਰੀਆ 'ਚ ਪ੍ਰੋਪਰਟੀ ਲੱਭਣੀ ਆ ਤੇ ਫਿਰ ਮੈਂ ਕੀ ਕਰਦਾ ਉੱਥੇ ਲੈਟਸ ਸੇ ਆਈ ਪੁੱਟ ਕਿ ਐਡ ਔਨ ਕੀ ਚੀਜ਼ ਫੇਸਬੁੱਕ ਮਾਰਕੀਟ ਪਲੇਸ ਤੁਸੀਂ ਪੂਰਾ ਐਡਰੈਸ ਨਹੀਂ ਪਾਉਣਾ ਤੁਸੀਂ ਪੋਸਟਲ ਕੋਡ ਪਾ ਦਿਓ ਉਸ ਏਰੀਆ ਦਾ ਹੈ ਤਾਂ ਫਿਰ ਤੁਹਾਨੂੰ ਦੇਖੋ ਰੈਂਟ ਰਿਕੁਐਸਟ ਦੇਖੋ ਤੁਸੀਂ ਕੀ ਆ ਬਈ ਇੰਟਰਸਟ ਕਿਹੜਾ ਕਿੰਨਾ ਹੋ ਜਾਂਦਾ 10-5-7 1-2 ਦਿਨ 'ਚ ਪਤਾ ਲੱਗ ਜਾਂਦਾ ਲਾਈਕ ਲੈਟਸ ਸੇ ਰਨ ਯੂਰ ਰੈਂਟ ਫॉर ਹਾਫ ਲਾਈਕ 1 ਵੀਕ ਤੁਸੀਂ ਦੇਖੋ ਇੰਟਰਸਟ ਕਿੰਨਾ ਆਉਂਦਾ ਉੱਥੇ ਰੈਂਟਲ ਦਾ ਤੁਹਾਨੂੰ ਆਪਣੇ ਪਤਾ ਲੱਗ ਗਿਆ ਇੱਥੇ ਰੈਂਟਲ ਮਾਰਕੀਟ ਹੈਗਾ ਕਿ ਨਹੀਂ ਹੈਗਾ that's a good point so that's one way so that's first to see apna rental income the cash flow positive the formula if property pass that test then the second pass is can you add a value to the property so when I say value to the property I mean ki basement let's say ਬਣੀ ਨਹੀਂ ਹੋਈ ਆ ਇੱਕ ਤਾਂ ਓਪਰਚੁਨਿਟੀ ਹੈ ਕਿ ਲੈਟਸ ਸੇ ਜਦੋਂ ਮੈਂ ਪ੍ਰੋਪਰਟੀ ਸੈਲ ਕਰੂੰਗਾ ਮੈਂ ਇਹਦੀ ਬੇਸਮੈਂਟ ਬਣਾ ਕੇ ਸੈਲ ਕਰਨੀ ਆ ਜਾਂ ਫਿਰ ਮੈਂ ਜਦੋਂ ਆਪਣਾ ਰੈਂਟ ਵੀ ਚੜਾਉਣਾ ਮੈਂ ਇਹਦੀ ਪ੍ਰੋਪਰਟੀ ਤਾਂ ਤੁਹਾਡੇ ਕੋਲ ਇੰਨੀ ਇਨਵੈਸਟਮੈਂਟ ਹੈਗੀ ਆ ਜਦੋਂ ਵੀ ਮੈਂ ਕਈ ਵਾਰ ਪ੍ਰੋਪਰਟੀਆਂ ਦੇਖਣ ਜਾਉਂਦਾ ਤਾਂ ਮੈਂ ਆਪਣੇ ਕੰਟਰੈਕਟਰ ਨੂੰ ਨਾਲ ਲੈ ਕੇ ਜਾਂਦਾ ਮੈਂ ਕੰਮ ਕੀਤਾ ਹੋਇਆ ਇਟਸ ਈਜ਼ੀ ਫॉर ਮੀ ਟੂ ਡੂ ਦ ਕੈਲਕੂਲੇਸ਼ਨ ਬਟ ਜੇ ਤੁਸੀਂ ਨਾ ਵੀ ਕਰ ਸਕਦੇ ਤਾਂ ਕਿਸੇ ਜਿਹੜੇ ਬੰਦੇ ਨੇ ਕੰਮ ਆਉਂਦਾ ਹੋਇਆ ਉਹਨੂੰ ਲੈ ਜਾਓ ਆਪਣੇ ਨਾਲ ਸ਼ੋਇੰਗ ਤੇ ਕਿ ਯਾਰ ਇਹ ਬੇਸਮੈਂਟ ਆ ਤੁਸੀਂ ਆ ਮੈਨੂੰ ਦੱਸੋ ਕਿੰਨੇ ਚ ਬਣ ਜੂਗਾ ਇੱਥੇ ਜੇ ਤੁਸੀਂ 1-2 ਵਾਰ ਤੁਮਨੇ ਦੇਖ ਲਿਆ ਨਾ ਵੀ ਕਿਵੇਂ ਕੈਲਕੂਲੇਟ ਹੁੰਦਾ ਤੇ ਤੁਸੀਂ ਆਪਣੇ ਆਪ ਹੀ ਤੁਹਾਨੂੰ ਆਪਣੇ ਆਪ ਹੀ ਹਿਸਾਬ ਬੇਸਿਕ ਤੁਹਾਨੂੰ ਆਪਣੇ ਆਪ ਪਤਾ ਲੱਗਦਾ ਕਿ ਬੇਸਮੈਂਟ 'ਚ ਕਿੰਨੇ ਪੈਸੇ ਲੱਗਣਗੇ ਇਹਨੂੰ ਰੈਂਟਲ ਲਈ ਤਿਆਰ ਕਰਨ ਲਈ ਹੈ ਤੇ ਦੂਜਾ ਤਾਂ ਉਹ ਹੋ ਗਿਆ ਤੁਸੀਂ ਵੈਲਿਊ ਐਡ ਕਰ ਸਕਦੇ ਹੋ ਕਿ ਤੁਸੀਂ ਮੇਨ ਫਲੋਰ ਤੇ ਹੀ ਕੋਈ ਐਡ ਕਰਨੀ ਹੋ ਹਾਂ तो and then if you can't do the main floor part ले ਹੋਰ ਦੇਖੋ ਕਿ ਜਿਵੇਂ ਹੁਣ ਕੀ ਹੋ ਰਿਹਾ ਓਨਟਾਰੀਓ ਚ ਬਿੰਸਰ ਮੇਰੀ ਪ੍ਰੋਪਰਟੀਆਂ ਚ ਮੈਂ ਇਦਾਂ ਕਰ ਰਿਹਾ ਬਿਲਡਿੰਗ ਐਡੀਸ਼ਨਲ ਯੂਨਿਟ ਕਿ ਜਿਹੜਾ ਬੈਕਯਾਰਡ ਚ if there is enough space ਤੁਸੀਂ ਉੱਥੇ 2 ਬੈਡਰੂਮ ਯੂਨਿਟ ਇੰਡੀਪੈਂਡੈਂਟ ਆਫ ਦਾ ਹਾਊਸ ਬਣਾ ਸਕਦੇ ਹੋ yeah ਇਹਨਾਂ ਨੇ ਲੋਕ ਕੱਢਿਆ ਹੁਣ ਲੋਕ ਕੱਢਿਆ ਹੁਣ pretty much every city London so that's like a cash flow and then but ਉੱਥੇ ਵੀ ਤੁਸੀਂ ਮੈਥ ਤੇ ਕੀ ਕਰਨਾ ਕਿੰਨੇ ਚ ਪ੍ਰੋਪਰਟੀ ਬਣੂਗੀ ਕਿੰਨਾ ਉਹਦੇ ਚ ਰੈਂਟ ਆਊਗਾ ਕਿੰਨਾ ਫਿਰ ਬੈਂਕ ਅਪਰੇਜ਼ਲ ਕਰੂਗਾ ਉਹਦਾ ਤੁਸੀਂ ਲਾਈਕ ਕੈਲਕੂਲੇਸ਼ਨਸ ਬਹੁਤ ਜ਼ਰੂਰੀਆਂ ਨੇ ਸਾਰੀ ਜੇ ਤੁਸੀਂ ਕਰੋਗੇ ਲਾਈਕ like once you get into these details it's very easy to figure out but it's just you have to get started with it ਲੱਗਦੀ complicated ਆ but ਹੈ ਬਹੁਤ ਸੌਖਾ ਕੰਮ but ਤੁਸੀਂ ਆਹ ਕਰਨਾ ਕਿ ਕਿਸੇ ਬੰਦੇ ਨੂੰ ਕਾਲ ਕਰਕੇ ਪੁੱਛ ਲਓ ਗਾਈਡੈਂਸ ਲੈ ਲਓ but so ਜੇ ਹੁਣ ਆਪਣੇ ਵਿਊਅਰਸ ਕੋਈ ਗਾਈਡੈਂਸ ਲੈਣਾ ਚਾਹੁੰਦੇ ਤਾਂ ਉਹ ਆਪਾਂ ਨੂੰ ਕਾਲ ਕਰਕੇ ਪੁੱਛ ਸਕਦੇ ਆ ਓਕੇ ਠੀਕ ਆ ਤੇ ਦੂਜਾ ਮੇਰਾ ਕੁਐਸਚਨ ਇੱਕ ਹੈਗਾ ਵਾ ਕਿ ਕਿੱਦਾਂ ਦੀ ਪ੍ਰਾਪਰਟੀ ਤੋਂ ਸਟਾਰਟ ਕਰਨਾ ਚਾਹੀਦਾ ਪਹਿਲਾਂ ਤਾਂ ਇਹ ਮੈਨੂੰ ਦੱਸੋ ਬਈ ਲੋਕਾਂ ਨੂੰ ਆਪਣੇ ਰਹਿਣ ਵਾਸਤੇ ਪ੍ਰਾਇਮਰੀ ਪ੍ਰਾਪਰਟੀ ਲੈਣੀ ਚਾਹੀਦੀ ਆ ਪਹਿਲਾਂ ਜਾਂ ਇਨਵੈਸਟਮੈਂਟ ਲੈਣੀ ਚਾਹੀਦੀ ਆ ਮੈਂ ਸਟਾਰਟ ਕੀਤਾ ਸੀ ਇਨਵੈਸਟਮੈਂਟ ਕਿਉਂਕਿ ਲਾਈਕ ਫਾਇਦਾ ਕੀ ਸੀ ਉਹਦਾ ਕਿ ਮੇਰੇ ਕੋਲ ਮੈਂ ਜਦੋਂ ਆਇਆ ਸੀ ਮੈਂ ਸਟੂਡੈਂਟ ਸੀ ਮੇਰੇ ਕੋਲ ਫੈਮਿਲੀ ਨਹੀਂ ਸੀ ਤਾਂ ਫਿਰ ਮੈਨੂੰ ਲੋੜ ਨਹੀਂ ਸੀ ਘਰ ਦੀ ਤਾਂ ਫਿਰ ਮੈਨੂੰ ਇਨਵੈਸਟਮੈਂਟਸ ਮੇਕ ਸੈਂਸ ਫॉर ਇੰਟਰਨੈਸ਼ਨਲ ਸਟੂਡੈਂਟ ਜਿਹੜੇ ਆਉਂਦੇ ਆ ਜਦੋਂ ਤੋਂ ਪੀਆਰ ਹੋਈ ਆ ਇਨਵੈਸਟਮੈਂਟ ਸਟਾਰਟ ਵਿਦ ਇਨਵੈਸਟਮੈਂਟ ਦੇयर इज नो ਇਫਸ ਐਂਡ ਬਟਸ ਅਬਾਊਟ ਇਟ ਤੁਸੀਂ ਤੁਹਾਨੂੰ ਆਪਣੇ ਰਹਿਣ ਲਈ ਪ੍ਰਾਪਰਟੀ ਨਹੀਂ ਚਾਹੀਦੀ ਅਨਲੈਸ ਤੁਸੀਂ ਉਸੇ ਸ਼ਹਿਰ 'ਚ ਰਹਿੰਦੇ ਹੋ ਜਿੱਥੇ ਤੁਸੀਂ ਅਫੋਰਡ ਕਰ ਸਕਦੇ ਹੋ ਦੈਨ that's like a gain ਜੇ ਕੋਈ ਵਿੰਡ ਸਿਟਨ obviously he can stay in the same property and rent out the rest of it but ਜੇ ਤੁਹਾਡੇ ਕੋਲ ਫੈਮਿਲੀ ਨਹੀਂ ਹੈਗੀ ਆ so there's no need to buy your first house as your primary house and don't worry about these 5% 20% these things like if you have a house you can figure out these 20% down once the value appreciates and whatnot that's how I did it as well so ਜੇ ਤੁਸੀਂ ਸਟੂਡੈਂਟ ਹੋ ਤਾਂ ਤੁਸੀਂ 100% ਸਟਾਰਟ ਕਰਨਾ as an investment property ਤੇ ਸਟੂਡੈਂਟਸ ਦੀ ਮਾਰਗੇਜ ਹੋ ਜਾਂਦੀ ਜੇ ਮਾਰਗੇਜ ਲੈਣੀ ਹੈ ਲਾਈਕ 2 ਤਰੀਕੇ ਹੁੰਦੇ ਆ ਮਾਰਗੇਜ ਦੇ ਵੀ ਜਿਵੇਂ ਮੈਂ ਬੈਨੀਫਿਟ ਕੀਤਾ ਕਿਉਂਕਿ ਇੱਕ ਤਾਂ ਮੈਂ ਬਿਜ਼ਨਸ ਰਨ ਕਰ ਰਿਹਾ ਸੀ ਸੋ ਵਾਂਸ ਯੂ ਗੈਟ ਅ ਸੈਲਫ ਐਮਪਲੋਇਡ ਆਰਬੀਸੀ ਦਿੰਦਾ ਹੁੰਦਾ ਕਈ ਹੋਰ ਬੈਂਕਾਂ ਜਿਹੜੇ ਤੁਹਾਨੂੰ ਐਜ਼ ਅ ਸੈਲਫ
self-employed ਕੁਝ benefit ਦਿੰਦੇ ਆ but I joined so ਜਦੋਂ ਮੈਂ like not only I was good at business but I was good like okay or good at studies as well ਜਦੋਂ ਮੈਂ ਯੂਨੀਵਰਸਿਟੀ ਮੇਰੀ ਗ੍ਰੈਜੂਏਟ ਹੋ ਗਈ ਤਾਂ ਮੈਂ ਬਿਜ਼ਨਸ ਤਾਂ ਦੀ ਸਾਈਡ 'ਚ ਰਨ ਕਰ ਰਿਹਾ ਸੀ ਤੇ ਮੈਂ Amazon ਜੁਆਇਨ ਕਰ ਲਈ so it's very good to have like if ਜਿਹੜੇ ਜ਼ਿਆਦਾਤਰ ਸਟੂਡੈਂਟ ਹੁੰਦੇ ਆ ਉਹਨੂੰ PR ਲਈ ਕੀ ਚਾਹੀਦਾ ਉਹਨੂੰ ਕੰਮ ਤਾਂ ਕਰਨਾ ਹੀ ਪੈਣਾ ਕਿਤੇ ਨਾ ਕਿਤੇ ਹੈ ਤਾਂ ਫਿਰ ਇੰਸਟੈਡ ਆਫ ਗੋਇੰਗ ਫॉर ਅ ਈਜ਼ੀ ਰਾਊਟ ਕਿ ਤੁਸੀਂ ਜਾ ਕੇ ਕਿਸੇ ਰੈਸਟੋਰੈਂਟ 'ਚ ਕੰਮ ਕਰੋ ਉੱਥੇ ਕੋਈ ਈਜ਼ੀ ਲੰਬਾ ਤੁਸੀਂ ਆਪਣਾ ਵਧੀਆ ਰੈਜ਼ੂਮੇ ਤੇ ਕੰਮ ਕਰੋ ਜੇ ਤੁਸੀਂ ਇਹ ਬਿਜ਼ਨਸ ਰਨ ਕਰੋਗੇ ਨਾ ਸਟੂਡੈਂਟ ਲਾਈਫ 'ਚ ਤੁਹਾਨੂੰ ਐਕਸਪੀਰੀਅੰਸ ਇੰਨਾ ਜ਼ਿਆਦਾ ਹੋ ਜਾਊਗਾ ਨਾ ਜੇ ਤੁਸੀਂ ਕਿਸੇ ਕੰਪਨੀ ਨੂੰ ਅਪਰੋਚ ਕਰੋਗੇ ਦਿਲ ਹਾਇਰ ਕਿਉਂਕਿ ਤੁਹਾਡਾ ਐਕਸਪੀਰੀਅੰਸ ਬੋਲੂਗਾ ਨਾ ਵੀ ਇਹਨੇ ਬੰਦੇ ਨੇ ਬਿਜ਼ਨਸ ਰਨ ਕੀਤਾ ਮੇਰਾ ਨੈਕਸਟ ਕੁਐਸਚਨ ਇੱਥੇ ਹੀ ਆ ਰਿਹਾ ਆਪਾਂ ਨੂੰ ਕੈਨੇਡਾ ਦੇ ਵਿੱਚ ਸਟੱਡੀ ਇੰਪੋਰਟੈਂਟ ਆ ਜਾਂ ਐਕਸਪੀਰੀਅੰਸ study is not important at all ਮੈਂ ਤਾਂ ਯਾਦ ਨਹੀਂ ਮੇਰੇ ਸਬਜੈਕਟ ਕਿਹਦੇ ਸੀ ਨਹੀਂ ਤੁਸੀਂ ਇੰਜੀਨੀਅਰਿੰਗ ਕੀਤੀ ਹੈ ਹਾਂ ਮੈਂ ਇੰਜੀਨੀਅਰਿੰਗ ਕੀਤੀ ਤੇ ਹੈ ਹੁਣ ਤੁਸੀਂ ਬਿਜ਼ਨਸ 'ਚ ਹੋ ਹੁਣ ਮੈਂ ਬਿਜ਼ਨਸ ਚ ਇੰਜੀਨੀਅਰਿੰਗ ਦਾ ਕੀ ਕਰ ਰਹੇ ਹੋ ਕੁਝ ਵੀ ਨਹੀਂ ਕਰਦਾ ਡਿਗਰੀ ਵੀ ਨਹੀਂ ਪਤਾ ਮੈਨੂੰ ਤਾਂ ਕਿੱਥੇ ਆ but like engineering yeah like I think it was like I never paid ਜਦੋਂ ਮੈਂ ਇੰਜੀਨੀਅਰਿੰਗ ਕਰ ਵੀ ਰਿਹਾ ਸੀ ਮੇਰਾ ਦਿਮਾਗ 'ਚ ਕਲੀਅਰ ਸੀ ਕਿ ਮੈਂ ਟੈਕਨੀਕਲ ਲਾਈਨ 'ਚ ਨਹੀਂ ਜਾਣਾ ਮੈਂ ਕਿਉਂਕਿ ਮੈਂ ਬਿਜ਼ਨਸ ਕਰਨਾ ਕਿਉਂਕਿ I was getting really good result out of it ਫਿਰ ਤੁਸੀਂ ਇੰਜੀਨੀਅਰਿੰਗ ਕਿਉਂ ਕੀਤੀ ਹਾਂ ਕਿਉਂਕਿ ਮੈਂ ਫਿਰ ਸਭ ਤੋਂ ਸੌਖਾ ਮੇਰਾ ਐਡਮਿਸ਼ਨ ਹੀ ਉੱਥੇ ਹੋ ਰਿਹਾ ਸੀ ਸੋ ਇਹੀ ਮੈਂ ਗੱਲ ਸਾਰਿਆਂ ਨੂੰ ਦੱਸਣਾ ਚਾਹੁੰਦਾ ਜੀ studies are not important but studies are important and let me explain ਸਟੱਡੀਜ਼ ਕਾਹਦੀ ਇੰਪੋਰਟੈਂਟ ਨੇ ਰੀਅਲ ਲਾਈਫ ਐਕਸਪੀਰੀਐਂਸਿਸ ਜਿਹੜੇ ਹੈਗੇ ਆ ਉਹਦੀ ਸਟੱਡੀ ਇੰਪੋਰਟੈਂਟ ਆ ਸੋ ਯੂ ਨੀਡ ਟੂ ਹੈਵ ਅ ਗੁੱਡ ਮੈਂਟਰ ਜਿਹੜਾ ਤੁਹਾਨੂੰ ਸਹੀ ਨੌਲੇਜ ਦੇ ਸਕਦਾ ਵਾ ਹੁਣ ਫॉर ਐਗਜ਼ਾਮਪਲ ਰੀਅਲ ਏਸਟੇਟ ਏਜੰਟਸ ਕਈ ਹੈਗੇ ਨੇ ਜਿਹੜੇ ਨਹੀਂ ਵਧੀਆ ਨੌਲੇਜ ਦਿੰਦੇ ਬਟ ਕਈ ਹੈਗੇ ਜਿਹਨਾਂ ਕੋਲ ਨੌਲੇਜ ਹੈਗੀ ਉਹ ਆਪ ਇਨਵੈਸਟਰਸ ਨੇ ਜਿਹੜੇ ਇਨਵੈਸਟਰਸ ਹੈਗੇ ਆ ਉਹਨਾਂ ਦੇ ਨਾਲ ਬੈਠੋ ਐਂਡ ਉਹਦਾ ਦੀ ਨੌਲੇਜ ਚੈੱਕ ਕਰੋ ਤੇ ਤੁਹਾਨੂੰ ਆਪਣੇ ਆਪ ਹੀ ਅੰਦਰੋਂ ਹੀ ਆਪਣੀ ਗੱਟ ਫੀਲਿੰਗ ਤੋਂ ਪਤਾ ਲੱਗਣ ਲੱਗਣਾ ਵੀ ਇਹ ਚੀਜ਼ ਸਹੀ ਦੱਸ ਰਿਹਾ ਜਾਂ ਨਹੀਂ ਦੱਸ ਰਿਹਾ ਐਂਡ ਦੈਨ ਸਟਾਰਟ ਐਕਸਪਲੋਰਿੰਗ ਟਾਕ ਟੂ ਪੀਪਲ ਹਨਾ ਤੇ ਉਹਦੇ ਤੋਂ ਇਹੀ ਸਹੀ ਆ ਨਹੀਂ ਹਾਂ ਤੇ ਉਹਦੇ ਤੋਂ ਹੀ ਤੁਹਾਨੂੰ ਪਤਾ ਲੱਗਣਾ ਵਾ ਵੀ ਤੁਸੀਂ ਕੀ ਕਰ ਸਕਦੇ ਤੁਹਾਡੀ ਨੀਸ਼ ਕੀ ਆ ਹਨਾ ਤੇ ਸਾਰ ਨੂੰ ਮੈਂ ਇਹੀ ਗੱਲ ਕਹਿਣਾ ਹੁੰਦਾ ਫਰਸਟ ਮੇਕ ਅ ਕੈਸ਼ ਫਲੋ ਇਨਕਮ and then buy your principal property rather than buying a principal property first and then you get stuck ਤੁਹਾਨੂੰ ਮੌਰਗੇਜ ਦੇਣੀ ਪੈਂਦੀ ਆ rather than ਤੁਸੀਂ ਇੱਕ ਆਪਣੀ ਇਨਵੈਸਟਮੈਂਟ ਪ੍ਰਾਪਰਟੀ ਲਈ ਆ ਉਹਦੇ ਵਿੱਚ ਤੁਸੀਂ ਰੈਂਟਲ ਰੱਖੇ ਹੋਏ ਆ ਹੁਣ ਤੁਹਾਨੂੰ ਪ੍ਰਾਪਰਟੀ ਦੀ ਜਿਹੜੀ ਇੱਕ ਕੈਸ਼ ਫਲੋ ਤਾਂ ਆ ਹੀ ਰਹੀ ਆ ਤੁਹਾਡੀ ਮੌਰਗੇਜ ਵੀ ਫਰੀ ਦੀ ਜਾ ਰਹੀ ਆ ਐਂਡ ਤੁਸੀਂ ਜਿਹੜੀ ਐਕੁਇਟੀ ਆ ਪ੍ਰਿੰਸੀਪਲ ਪ੍ਰਾਪਰਟੀ ਦਾ ਬਣਾ ਰਹੇ ਹੋ means principal ਤੁਹਾਡਾ already paid off for you with interest and you make equity ਜਦੋਂ ਤੁਹਾਡੀ equity ਬਣਦੀ ਹੈ ਉਹਦੇ ਵਿੱਚੋਂ equity ਕੱਢ ਕੇ ਤੁਸੀਂ principal property ਲੈ ਸਕਦੇ ਹੋ ਜਿਹੜੀ ਕਿ ਇੱਕ basement ਤੁਸੀਂ rent ਤੇ ਦੇ ਸਕਦੇ ਹੋ that's how you should do it that's how people should be doing and in current market that's the only way you can do it yes no, I haven't met that many people who have saved let's say $2 lakh save ਕਰ ਲਿਆ ਕਿਸੇ ਨੇ $2 lakh ਕਿੱਥੋਂ ਸੇਵ ਕੋਈ ਵੀ ਨਹੀਂ ਕਰ ਸਕਦਾ right yeah it's not so you have to multiply your ਜਿਹੜਾ ਕੈਸ਼ ਫਲੋ ਹੈਗਾ correct okay well thank you so much ਮੋਹਿਤ ਵੀਰ ਜੀ ਤੁਸੀਂ ਆਏ ਸਾਡੇ ਨਾਲ ਤੇ ਹੁਣ ਆਪਾਂ ਇਹਨੂੰ ਬੰਦ ਕਰੀਏ ਤੇ well thank you so much ਸਾਰਿਆਂ ਦਾ ਜੀ